ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਆ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫਰਿਜ਼ਨੋ, 14.5 FM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਸਾਈਡਬੈਂਡ ਵਾਲੇ ਸਾਡੇ ਜਿਹੜੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 15 ਤਰੀਕ ਆ ਅਤੇ ਦਿਨ ਜਿਹੜਾ ਸ਼ਨੀਚਰਵਾਰ ਆ, ਅਤੇ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਆ ਉਹ ਇਮੀਗ੍ਰੇਸ਼ਨ ਦੇ ਨਾਲ ਜੋ ਅਪਡੇਟਸ ਹੈਗੀਆਂ ਆ USA ਦੇ ਵਿੱਚ ਉਹਨਾਂ ਨੂੰ ਲੈ ਕੇ ਹੁੰਦਾ ਹੈ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਘਰਾਂ ਦੀ ਆਟੋ, ਹੋਮ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਲਈ ਇਹਨਾਂ ਨੂੰ ਯਾਦ ਰੱਖੋ। 408 272 2500 ਦੇ ਉੱਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਜੱਸੀ ਗਿੱਲ ਪਲੰਬਿੰਗ ਵਾਲੇ, ਇਹ ਸਾਰੇ ਜਾਣੇ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਕੁਛ ਜਿਹੜੀਆਂ ਮੇਨ ਖਬਰਾਂ ਆ ਉਹਨਾਂ ਦੇ ਜੇ ਹਾਈਲਾਈਟ ਤੁਹਾਨੂੰ ਦੱਸਦੀ ਜਾਈਏ। ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਹੁਣ ਉਸ ਦੇ ਜਿਹੜੇ ਚੀਫ ਨੇ, ਜਿਹੜੀ ਪੂਰੀ ਦੁਨੀਆ ਦੇ ਜਿਹੜੇ ਗਲੋਬਲ ਲੀਡਰਸ ਆ ਉਹਨਾਂ ਨੂੰ ਜਿਹੜੀ ਕਾਲ ਕੀਤੀ ਆ ਵੀ ਜਿਹੜਾ ਤੁਸੀਂ ਆ ਇੱਕ ਤਰ੍ਹਾਂ ਦੇ ਨਾਲ ਹੇਟ ਕਰਨੀ ਜਿਹੜੀ ਆ ਖਾਸ ਕਰਕੇ ਚਾਈਨੀਜ਼ ਲੋਕਾਂ ਨੂੰ, ਉਹ ਬੰਦ ਕਰੋ। USA ਦੇ ਵਿੱਚ ਵੀ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਆਈਆਂ ਵੀ ਕਿਸ ਤਰ੍ਹਾਂ ਲੋਕ ਜਿਹੜੇ ਏਸ਼ੀਅਨ ਮੂਲ ਦੇ ਲੋਕ ਆ ਉਹਨਾਂ ਨੂੰ ਬੜੀ ਹੋਰ ਤਰੀਕੇ ਨਾਲ ਦੇਖਦੇ ਆ ਵੀ ਸ਼ਾਇਦ ਇਹਨਾਂ ਦੇ ਕੋਲ ਕਰੋਨਾ ਵਾਇਰਸ ਨਾ ਹੋਵੇ। ਜੇ ਕਰੋਨਾ ਵਾਇਰਸ ਦੀ ਅਪਡੇਟ ਦੱਸਦੀ ਜਾਈਏ, ਪਿਛਲੇ 24 ਘੰਟਿਆਂ 'ਚ 143 ਲੋਕ ਜਿਹੜੇ ਆ ਉਹਨਾਂ ਦੀ ਹੋਰ ਮੌਤ ਹੋਈ ਹੈਗੀ ਆ। ਹੁਣ ਤੱਕ 1523 ਲੋਕਾਂ ਦੀ ਮੌਤ ਹੋ ਚੁੱਕੀ ਆ। 66,000 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਹੈਗੇ ਆ। ਅਤੇ ਇੱਕ ਜਿਹੜੀ ਥੋੜ੍ਹੀ ਗੁੱਡ ਖਬਰ ਆਈ ਆ ਵੀ ਜਿਹੜੇ ਕਰੂਜ਼ ਸ਼ਿਪ ਸੀਗਾ, ਪ੍ਰਿੰਸਿਸ ਕਰੂਜ਼ ਸ਼ਿਪ, ਉਸ ਦੇ ਵਿੱਚ ਜਿਹੜੇ US ਨੇ ਹੁਣ ਇਹ ਕਿਹਾ ਆ, ਸਟੇਟ ਡਿਪਾਰਟਮੈਂਟ ਨੇ, ਵੀ ਜਿਹੜੇ US ਦੇ ਸਿਟੀਜ਼ਨ ਆ ਉਹਨਾਂ ਨੂੰ ਅਸੀਂ ਜਿਹੜਾ ਆ ਉੱਥੋਂ ਅਵੈਕੂਏਟ ਕਰਾਂਗੇ। ਜੀ ਬਿਲਕੁਲ। ਸੋ ਉੱਥੋਂ ਉਹਨਾਂ ਨੂੰ ਲੈ ਕੇ ਆਉਣਗੇ। ਸੋ ਹੋਪਫੁਲੀ ਜਿਹੜੇ ਉਹਨਾਂ ਨੂੰ ਕਹਿੰਦੇ ਵੀ ਆ ਕੇ 14 ਦਿਨਾਂ ਦੀ ਜਿਹੜੀ ਕੁਆਰੰਟੀਨ ਆ ਉਸ ਦੇ ਵਿੱਚ ਰੱਖਿਆ ਜਾਊਗਾ। ਆਲਰੇਡੀ ਜਿਹੜੇ ਲੋਕ ਆ ਕਰੂਜ਼ ਸ਼ਿਪ ਦੇ ਆਪੋ ਆਪਣੇ ਕਮਰਿਆਂ ਦੇ ਵਿੱਚ ਹੀ ਜਿਹੜੇ ਆ ਉਹ ਡੱਕੇ ਪਏ ਸੀਗੇ, ਅਤੇ ਕੰਬੋਡੀਆ ਨੇ ਇਹਨਾਂ ਦੇ ਲਈ ਜਿਹੜਾ ਆ ਉਹ ਰਾਹ ਖੋਲ੍ਹਿਆ ਸੀ। ਅਤੇ ਆਈ ਥਿੰਕ ਇੱਕ ਹੋਰ ਕਰੂਜ਼ ਸ਼ਿਪ ਆ ਉਹ ਵੀ ਉੱਥੇ ਜਿਹੜੀ ਉਹ ਜਾ ਰਹੀ ਹੈ ਕੰਬੋਡੀਆ ਦੇ ਵਿੱਚ, ਜਿਨ੍ਹਾਂ ਨੇ ਇਹਨਾਂ ਦੇ ਸਾਰਿਆਂ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਖੋਲ੍ਹੇ ਆ। ਸੋ ਉਹਨਾਂ ਨੂੰ ਵੈਕੂਏਟ ਕਰਕੇ US ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਉੱਥੇ ਘੱਲਿਆ ਜਾਊਗਾ। US ਅੰਬੈਸੀ ਤੋਂ ਇਹਨਾਂ ਸਾਰੇ ਜਿਹੜੇ ਸਿਟੀਜ਼ਨਸ ਆ ਉਹਨਾਂ ਨੂੰ ਈਮੇਲਾਂ ਜਿਹੜੀਆਂ ਉਹ ਘੱਲੀਆਂ ਜਾ ਰਹੀਆਂ ਨੇ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਵੀ ਤੁਹਾਨੂੰ ਇੱਥੋਂ ਹੁਣ ਅਸੀਂ ਜਲਦ ਹੀ ਵਾਪਸ ਮੁਲਕ ਦੇ ਵਿੱਚ ਲੈ ਕੇ ਜਾਵਾਂਗੇ। ਸੋ ਇਹਦੇ ਕਰਕੇ ਲੋਕਾਂ ਦਾ ਜਿਹੜਾ ਜੀਵਨ ਆ ਪੂਰੀ ਤਰ੍ਹਾਂ ਜਿਹੜਾ ਉਥਲ ਪੁਥਲ ਆ ਉਹ ਹੋ ਚੁੱਕਾ ਹੋਇਆ ਆ। ਸੋ ਹੋਪਫੁਲੀ ਕਿਸੇ ਨੂੰ ਕਰੋਨਾ ਵਾਇਰਸ ਨਾ ਹੋਵੇ, ਅਤੇ ਜੇ ਹੈਗਾ ਤਾਂ ਉਹਨਾਂ ਦਾ ਜਲਦ ਜਿਹੜਾ ਉਹ ਠੀਕ ਹੋਵੇ ਅਤੇ ਉਹ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਜਿਹੜਾ ਉਹ ਵਰਤ ਸਕਣ। ਉੱਧਰ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਦੇ ਕਰਕੇ 1500 ਤੋਂ ਉੱਤੇ ਜਿਹੜੀ ਆ ਉਹ ਟੱਪ ਚੁੱਕੀ ਹੋਈ ਆ। ਫਰਾਂਸ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੀੜਤ ਪਹਿਲੇ ਇੱਕ ਮਰੀਜ਼ ਦੀ ਜਿਹੜੀ ਉੱਥੇ ਉਹ ਮੌਤ ਹੋਈ ਆ। ਸੋ ਯੂਰਪ ਦੇ ਵਿੱਚ ਅਦਰ ਦੈਨ ਚਾਈਨਾ ਅਤੇ ਹੋਰ ਮੁਲਕਾਂ ਤੋਂ ਬਾਅਦ ਦੇ ਵਿੱਚ ਇੱਥੇ ਯੂਰਪ ਦੇ ਵਿੱਚ ਪਹਿਲੇ ਮੁਲਕ ਦੇ ਵਿੱਚ ਇੱਕ ਕਰੋਨਾ ਵਾਇਰਸ ਦੇ ਨਾਲ ਪਹਿਲੀ ਮੌਤ ਜਿਹੜੀ ਉਹ ਹੋਈ ਆ। ਸੋ ਲਗਾਤਾਰ ਇਸ ਦਾ ਜਿਹੜਾ ਡਰ ਆ ਅਜੇ ਤੱਕ ਬਣਿਆ ਜਿਹੜਾ ਉਹ ਹੋਇਆ ਆ। ਸੋ ਆਪਾਂ ਜਿੱਦਾਂ ਪਹਿਲਾਂ ਵੀ ਦੱਸਿਆ ਸੀ, ਜਿਹੜੇ ਲੋਕਾਂ ਨੇ ਉੱਧਰੋਂ ਇੱਧਰ ਨੂੰ ਟਰੈਵਲ ਵੀ ਕਰਨਾ ਆ ਰਹੇ ਨੇ, ਜਿਨ੍ਹਾਂ ਨੇ ਇੰਡੀਆ ਤੋਂ ਪੰਜਾਬ ਤੋਂ ਇੱਧਰ ਨੂੰ ਆਉਣਾ ਆ। ਸੋ ਉਸ ਹਿਸਾਬ ਦੇ ਨਾਲ ਆਪਣੀਆਂ ਫਲਾਈਟਸ ਜਿਹੜੀਆਂ ਉਹ ਤੁਸੀਂ ਰੱਖਿਓ ਵੀ ਆਉਣ ਲੱਗਿਆਂ ਤੁਹਾਨੂੰ ਜਿਹੜੀ ਆ ਬਹੁਤੀ ਦਿੱਕਤ ਦਾ ਜਿਹੜਾ ਉਹ ਸਾਹਮਣਾ ਆ ਉਹ ਨਾ ਕਰਨਾ ਪਵੇ। ਜੀ,
ਅਗਲੀ ਖਬਰ ਜਿਹੜੀ ਆ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਮੇਅਰ ਨੂੰ ਲੈ ਕੇ ਹੁਣ ਇੱਕ FBI ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਕਹਿੰਦੇ ਵੀ ਉਹਦਾ ਜਿਹੜਾ ਆ ਅਫੇਅਰ ਉਸ ਬੰਦੇ ਨਾਲ ਚੱਲਦਾ ਸੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਜਿਸ ਨੇ ਜਿਹੜੇ ਸਿਟੀ ਦੇ ਉਹ ਖਾ ਗਿਆ। ਮੁਹੰਮਦ ਨੂਰ ਨਾਮ ਦਾ ਇਹ ਬੰਦਾ ਜਿਹੜਾ ਆ ਇਹ ਡਾਇਰੈਕਟਰ ਸੀਗਾ ਸੈਨ ਫਰਾਂਸਿਸਕੋ ਦਾ ਪਬਲਿਕ ਵਰਕਸ ਡਿਪਾਰਟਮੈਂਟ ਦਾ, ਜਿਹੜਾ ਹੋਮਲੈਸਨੈਸ ਨੂੰ ਜਿਹੜਾ ਹੈਂਡਲ ਕਰਦਾ ਸੀ। ਸੋ ਕਹਿੰਦੇ ਵੀ ਉਸ ਨੇ $5600 ਦਾ ਜਿਹੜੀ ਆ ਲੰਡਨ ਬਰੀਡ ਜਿਹੜੀ ਮੇਅਰ ਆ ਸੈਨ ਫਰਾਂਸਿਸਕੋ ਦੀ, ਉਸ ਦੀ ਕਾਰ ਰਿਪੇਅਰ ਕਰਨ ਲਈ ਪੈਸੇ ਦਿੱਤੇ ਸੀ। ਸੋ ਇਹ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਗਿਫਟ ਆ ਇਹ ਇਲੀਗਲ ਅਤੇ ਅਨਐਥੀਕਲ ਹੈਗਾ। ਇਹ ਸੈਨ ਫਰਾਂਸਿਸਕੋ ਦੇ ਸੁਪਰਵਾਈਜ਼ਰ ਗਾਰਡਨ ਮਾਰ ਨੇ ਕਿਹਾ ਹੈਗਾ। ਸੋ ਹੁਣ ਪਬਲਿਕ ਵਰਕਸ ਡਿਪਾਰਟਮੈਂਟ ਦਾ ਹੈੱਡ ਉਸਨੇ ਈਵਨ ਦੋ ਬਾਅਦ 'ਚ ਉਹਨੂੰ ਰਿਜ਼ਾਈਨ ਕਰਨਾ ਪਿਆ। ਉਸ ਤੋਂ ਬਾਅਦ ਹੁਣ ਜਿਹੜੀ ਆ ਸੈਨ ਫਰਾਂਸਿਸਕੋ ਦੀ ਮੇਅਰ ਆ ਉਹ ਵੀ ਜਿਹੜੀ ਆ ਇਸ ਚੱਕਰ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ ਜੀ। ਇਹਨਾਂ ਦਾ ਜਿਹੜਾ ਇੱਕ ਰੋਮਾਂਟਿਕ ਐਂਗਲ ਤੋਂ ਵੀ ਜਿਹੜਾ ਦੇਖਿਆ ਜਾ ਰਿਹਾ ਵੀ ਇਹਨਾਂ ਦੇ ਆਪਸ ਦੇ ਵਿੱਚ ਇੱਦਾਂ ਸੰਬੰਧ ਵੀ ਜਿਹੜੇ ਉਹ ਸੀਗੇ। ਸੋ ਉਹਦੇ ਕਰਕੇ ਵੀ ਇਹ ਹੁਣ ਇਨਵੈਸਟੀਗੇਸ਼ਨ ਜਿਸ ਬੰਦੇ ਦੇ ਉੱਤੇ ਹੈਗੀ ਆ, ਇਸ ਦੇ ਉੱਤੇ ਵੀ ਉਸਦੇ ਕਾਲੇ ਬੱਦਲ ਜਿਹੜੇ ਉਹ ਛਾ ਰਹੇ ਨੇ। ਮੁਹੰਮਦ ਨੂਰੂ ਦੇ ਉੱਤੇ ਕਾਫੀ ਵੱਡੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਇਸ ਟਾਈਮ FBI ਦੇ ਦੁਆਰਾ ਜਿਹੜੀ ਉਹ ਚੱਲ ਰਹੀ ਆ। ਇਸ ਤੋਂ ਪਹਿਲਾਂ ਇੱਥੋਂ ਦੇ ਵੀ ਜਿਹੜੇ ਲੋਕਲ ਮੀਡੀਆ ਆ ਬੇ ਏਰੀਆ ਦਾ, ਉਹਨਾਂ ਨੇ ਵੀ ਕਈ ਇਨਵੈਸਟੀਗੇਟਿਵ ਰਿਪੋਰਟਾਂ ਇਸ ਦੇ ਉੱਤੇ ਜਿਹੜੀਆਂ ਉਹ ਛਾਪੀਆਂ ਸੀਗੀਆਂ। ਜਿੱਦਾਂ ਆਪਾਂ ਪੰਜਾਬ ਇੰਡੀਆ ਦੇ ਵਿੱਚ ਸੁਣਦੇ ਹਾਂ, ਕਹਿੰਦੇ ਵੀ ਜਿੱਥੇ ਮੇਅਰ ਜਾਂ ਇਹਨਾਂ ਸਾਰਿਆਂ ਨੇ ਜਾਣਾ ਹੁੰਦਾ ਸੀ, ਸੋ ਕਹਿੰਦੇ ਸਪੈਸ਼ਲ ਬੰਦੇ ਲਾ ਕੇ ਉੱਥੇ ਸਾਫ਼ ਸੂਫ ਕਰਾ ਕੇ ਜਿਹੜਾ ਉਹ ਕਰ ਦਿੰਦਾ ਹੁੰਦਾ ਸੀਗਾ, ਕਿਉਂਕਿ ਕਹਿੰਦੇ ਵੀ ਇਹ ਜ਼ਰੂਰੀ ਨਹੀਂ ਹੈ ਵੀ ਉਹਨਾਂ ਦਾ ਉਹ ਉਸ ਤੋਂ ਪਹਿਲਾਂ ਜਿਹੜਾ ਪ੍ਰੋਗਰਾਮ ਹੋਣ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਉਹ ਕੰਮ ਹੁੰਦਾ ਹੈ। ਪਰ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰਕੇ ਉਸ ਨੇ ਕਾਫੀ ਜਿਹੜਾ ਆ ਉਹ ਆਪਣੇ ਜਿਹੜੇ ਰਿਲੇਸ਼ਨ ਆ ਕਈਆਂ ਦੇ ਨਾਲ ਇੱਦਾਂ ਬਣਾਏ, ਅਤੇ ਉਹਦੇ ਕਰਕੇ ਜਿਹੜੇ ਹੁਣ ਕਈ ਜਿਹੜੇ ਇਸ ਨੇ ਟੈਂਡਰ ਵੀ ਜਿਹੜੇ ਵੰਡੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਉਹ ਹੁਣ ਜਾਂਚ ਹੋ ਰਹੀ ਹੈਗੀ ਆ। ਸੋ $multi-million ਦੀ ਜਿਹੜੀ ਇਸ ਦੇ ਉੱਤੇ ਇਨਵੈਸਟੀਗੇਸ਼ਨ ਮੁਹੰਮਦ ਨੂਰੂ ਦੇ ਉੱਤੇ ਜਿਹੜੀ ਉਹ ਹੁਣ ਚੱਲ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਜਿਹੜੇ ਨੋਮੀਨੀ ਆ ਉਹਨਾਂ ਨੂੰ ਲੈ ਕੇ ਹੁਣ ਸਾਊਥ ਕੈਰੋਲੀਨਾ ਦੇ ਵਿੱਚ ਜਿਹੜੀ ਜੋ ਬਾਈਡਨ ਦੀ ਲੀਡ ਹੈਗੀ ਆ ਉਹ ਸ਼ਰਿੰਕ ਹੁੰਦੀ ਜਾ ਰਹੀ ਆ, ਅਤੇ ਬਰਨੀ ਸੈਂਡਰਸ ਜਿਹੜਾ ਆ ਉਸ ਦੇ ਨੰਬਰ ਜਿਹੜੇ ਆ ਉੱਪਰ ਜਾ ਰਹੇ ਹੈਗੇ ਆ। ਇਹ ਜਿਹੜੇ ਨਵੇਂ ਪੋਲ ਹੈਗੇ ਆ ਈਸਟ ਕੈਰੋਲੀਨਾ ਯੂਨੀਵਰਸਿਟੀ ਜਿਹੜੀ ਆ ਉਸ ਨੇ ਪਿਛਲੇ ਸ਼ੁੱਕਰਵਾਰ ਨੂੰ ਜਿਹੜੇ ਰਿਲੀਜ਼ ਕੀਤੇ ਆ। ਕਹਿੰਦੇ ਵੀ ਬਾਈਡਨ 28% ਲੋਕਾਂ ਦੀ ਸਪੋਰਟ ਇਸ ਟਾਈਮ ਦੇ ਉੱਤੇ ਉਹਨੂੰ ਚੱਲ ਰਹੀ ਆ ਸਾਊਥ ਕੈਰੋਲੀਨਾ ਪ੍ਰਾਇਮਰੀ ਦੇ ਵਿੱਚ, ਅਤੇ ਬਰਨੀ ਸੈਂਡਰਸ ਨੂੰ 20% ਅਤੇ ਬਿਜ਼ਨਸਮੈਨ ਜਿਹੜਾ ਟੌਮ ਸਟੇਅਰ ਆ ਉਹਨੂੰ 14%। ਪਰ ਕਹਿੰਦੇ ਵੀ ਹੋ ਸਕਦਾ ਇਲੈਕਸ਼ਨ ਦਿਨ ਤੱਕ ਜਿਹੜੀ ਆ ਬਰਨੀ ਸੈਂਡਰਸ ਉਹ ਕਾਫੀ ਲੀਡ ਆਪਣੀ ਲੈ ਜਾਣ ਉੱਪਰ। ਜੀ, ਅਗਲੀ ਜਿਹੜੀ ਆ ਗੱਲ ਆਪਾਂ ਜੇ ਹਰਜੋਤ ਸਿੰਘ ਜੀ ਕਰਦੇ ਜਾਈਏ ਤਾਂ ਇੱਕ 12 ਸਾਲਾਂ ਦਾ ਮੋਂਟੈਨਾ ਦਾ ਜਿਹੜਾ ਇੱਕ ਮੁੰਡਾ ਆ ਉਹ ਲਿਵਿੰਗ ਰੂਮ ਦੇ ਵਿੱਚ ਉਸ ਦੀ ਲਾਸ਼ ਬਰਾਮਦ ਹੋਈ ਆ। ਉਹ ਕਹਿੰਦੇ ਆ ਵੀ ਉਸ 'ਤੇ ਮਰਿਆ ਪਾਇਆ ਗਿਆ ਆ, ਅਤੇ ਪੁਲਿਸ ਜਿਹੜੀ ਕਹਿ ਰਹੀ ਆ ਵੀ ਉਸ ਦੇ ਜਿਹੜੇ ਗ੍ਰੈਂਡ ਪੇਰੈਂਟਸ ਅਤੇ ਉਸ ਦਾ ਜਿਹੜਾ ਅੰਕਲ ਆ ਉਹਨਾਂ ਨੂੰ ਇਹ ਸ਼ੱਕ ਆ ਵੀ ਇਹਨਾਂ ਦੇ ਦੁਆਰਾ ਇਸ 12 ਸਾਲਾਂ ਦੇ ਮੋਂਟੈਨਾ ਦੇ ਮੁੰਡੇ ਨੂੰ ਜਿਹੜਾ ਆ ਉਹ ਟਾਰਚਰ ਕੀਤਾ ਗਿਆ ਹੋਵੇ, ਅਤੇ ਜਿਸ ਤੋਂ ਬਾਅਦ ਦੇ ਵਿੱਚ ਇਸ ਦੀ ਮੌਤ ਹੋ ਗਈ ਹੋਵੇ। ਵੀਡੀਓਜ਼ ਵੀ ਪੁਲਿਸ ਨੂੰ ਕੁਛ ਜਿਹੜੀਆਂ ਆ ਉਸ ਘਰ ਦੀ ਤਲਾਸ਼ੀ ਤੋਂ ਬਾਅਦ ਦੇ ਵਿੱਚ ਲੱਭੀਆਂ ਨੇ, ਜਿਸ ਦੇ ਵਿੱਚ ਇੱਕ ਅਬਿਊਜ਼ ਦਾ ਜਿਹੜਾ ਪੈਟਰਨ ਆ ਉਹ ਉਹਨਾਂ ਨੂੰ ਜਿਹੜਾ ਉਹ ਸ਼ੋ ਹੋ ਰਿਹਾ ਆ, ਅਤੇ ਉਹਦੇ ਤੋਂ ਇਹਨਾਂ ਨੇ ਜਿਹੜੇ ਪੁਲਿਸ ਵਾਲਿਆਂ ਨੇ ਇਹ ਹੁਣ ਕਥਿਤ ਜਿਹੜਾ ਇੱਕ ਸੋਚ ਰੱਖੀ ਆ ਵੀ ਇਸ ਤਰੀਕੇ ਦੇ ਨਾਲ ਬੱਚੇ ਦੇ ਨਾਲ ਇਹਨਾਂ ਨੇ ਜਿਹੜਾ ਜੁਰਮ ਆ ਉਹ ਕੀਤਾ ਹੋ ਸਕਦਾ ਹੈਗਾ ਆ। ਸੋ ਅੰਕਲ ਜਿਹੜਾ ਆ ਉਸ ਦਾ ਐਜ਼ ਏ ਮਾਈਨਰ ਜਿਹੜਾ ਆ ਉਸ ਨੂੰ ਰੱਖਿਆ ਗਿਆ, ਅਤੇ ਉਸ ਦੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੇ ਉੱਤੇ ਹੁਣ ਇਸ ਤਰੀਕੇ ਦੇ ਜਿਹੜੇ ਦੋਸ਼ ਲੱਗ ਰਹੇ। ਬਹੁਤ ਹੀ ਮੰਦਭਾਗੀ ਜਿਹੜੀ ਆ ਇਹ ਖਬਰ ਜਿਹੜੀ ਉਹ ਆ ਰਹੀ ਆ। ਇੱਦਾਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਘਰਾਂ ਦੇ ਅੰਦਰ ਇੱਦਾਂ ਦਾ ਅਬਿਊਜ਼ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ। ਕਈ ਵਾਰੀ ਰੌਸ਼ਨੀ ਦੇ ਵਿੱਚ, ਦਿਨ ਦੀ ਰੌਸ਼ਨੀ ਦੇ ਵਿੱਚ ਉਹ ਆਉਂਦਾ ਨਹੀਂ ਆ, ਅਤੇ ਇੱਦਾਂ ਹੀ ਵਿਚਾਰੇ ਕਈ ਸਤਾਏ ਆ ਉਹ ਪੂਰੀ ਉਮਰ ਇਸ ਟਰੋਮੇ ਦੇ ਵਿੱਚੋਂ ਲੰਘਦੇ ਰਹਿੰਦੇ ਨੇ। ਜੀ, ਅਗਲੀ ਖਬਰ ਫੇਸਬੁੱਕ ਨੂੰ ਲੈ ਕੇ ਆ। ਫੇਸਬੁੱਕ ਦੇ ਜਿਹੜੇ ਮਾਲਕ ਹੈਗੇ ਆ ਜ਼ਕਰਬਰਗ, ਉਹਨਾਂ ਨੇ ਇਹ ਕਿਹਾ ਵੀ ਫੇਸਬੁੱਕ ਹੁਣ ਰੈਡੀ ਹੈਗੀ ਆ ਹੋਰ ਟੈਕਸ ਦੇਣ ਦੇ ਲਈ, ਕਿਉਂਕਿ ਇਹ ਜਿਹੜਾ ਆ ਟੈਕ ਕੰਪਨੀਜ਼ ਦੇ ਟੈਕਸ ਨੂੰ ਲੈ ਕੇ USA ਦੇ ਵਿੱਚ ਕਾਫੀ ਰੌਲਾ ਜਿਹੜਾ ਚੱਲ ਰਿਹਾ ਹੈਗਾ, ਕਿਉਂਕਿ ਜਿਹੜੀਆਂ ਯੂਰਪ ਦੇ ਵਿੱਚ ਟੈਕ ਕੰਪਨੀਜ਼ ਆ ਉਹਨਾਂ ਨੂੰ ਜਿਹੜਾ ਟੈਕਸ ਆ ਕਾਫੀ ਹਾਈ ਲਾਇਆ ਜਾਂਦਾ ਹੈਗਾ। USA ਦੇ ਵਿੱਚ ਜਿਹੜਾ ਆ ਕਾਫੀ ਘੱਟ ਆ। ਸੋ ਜਿਹੜੀ ਨਵੀਂ ਗੱਲਬਾਤ ਚੱਲ ਰਹੀ ਹੈ ਉਹਦੇ ਸੰਬੰਧ ਦੇ ਵਿੱਚ ਮਾਰਕ ਜ਼ਕਰਬਰਗ ਨੇ ਇਹ ਕਿਹਾ ਆ ਵੀ ਮੈਂ ਜਿਹੜਾ ਆ ਜਿਹੜੇ ਨਵੇਂ ਜੋ ਵੀ ਟੈਕਸ ਰੂਲ ਹੋ ਗਏ ਉਸ ਹਿਸਾਬ ਨਾਲ ਟੈਕਸ ਦੇਣ ਨੂੰ ਰਾਜੀ ਹੈਗਾ ਆ।
ਜੀ ਅਤੇ ਇਸੇ ਦੇ ਨਾਲ ਹੀ ਜੇ ਸੰਬੰਧਿਤ ਗੱਲ ਕਰਦੇ ਜਾਈਏ ਜਿਹੜੀ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਵਿੱਚ ਆਪਾਂ ਜਿਹੜਾ ਦੇਖ ਰਹੇ ਹਾਂ ਵੀ ਸਾਰੇ ਜਾਣੇ ਆਪੋ ਆਪਣਾ ਜਿਹੜਾ ਜ਼ੋਰ ਲਾ ਰਹੇ ਆ। ਮਾਈਕ ਬਲੂਮਬਰਗ ਸਭ ਤੋਂ ਜ਼ਿਆਦਾ ਜਿਹੜੇ ਡਾਲਰ ਖਰਚਣ ਵਾਲਿਆਂ ਦੇ ਵਿੱਚੋਂ ਇੱਕ ਜਿਹੜਾ ਉਹ ਨਜ਼ਰ ਆ ਰਿਹਾ ਆ। ਅਤੇ ਕਹਿੰਦੇ ਵੀ ਉਹਨਾਂ ਨੇ ਫੇਸਬੁੱਕ ਦੇ ਜੇ ਇੱਕ ਬ੍ਰੈਂਡਡ ਕੰਟੈਂਟ ਦੇ ਨਾਮ ਦੇ ਅਧੀਨ ਜਿਹੜੀਆਂ ਆਪਣੀਆਂ ਮੀਮਸ ਜਿਹੜੀਆਂ ਬਣਾ ਕੇ ਆ ਉਸ ਨੇ ਸਾਰੇ ਪਾਸੇ ਜਿਹੜੀਆਂ ਉਹ ਰਨ ਕੀਤੀਆਂ। ਅਤੇ ਫੇਸਬੁੱਕ ਨੇ ਇਸ ਲੂਪ ਹੋਲ ਨੂੰ ਹੁਣ ਬੰਦ ਕਰਨ ਦਾ ਜਿਹੜਾ ਫੈਸਲਾ ਉਹ ਲਿਆ ਆ। ਕਹਿੰਦੇ ਵੀ ਬਲੂਮਬਰਗ ਨੇ ਇਸ ਲੂਪ ਹੋਲ ਦਾ ਫਾਇਦਾ ਚੱਕ ਕੇ ਬਹੁਤ ਸਾਰੇ ਜਿਹੜੇ ਇੰਸਟਾਗ੍ਰਾਮ ਇਨਫਲੂਐਂਸਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ ਉਹਨਾਂ ਦੇ ਪੇਜਿਸ ਦੇ ਜ਼ਰੀਏ ਜਿਹੜੇ ਆ ਆਪਣੀ ਇੱਕ ਹਿਸਾਬ ਦੇ ਨਾਲ ਪ੍ਰਮੋਸ਼ਨ, ਇੱਕ ਹਿਸਾਬ ਦੇ ਨਾਲ ਐਡ ਜਿਹੜੀ ਆ ਉਹ ਕੀਤੀ ਹੈ। ਅਤੇ ਹੁਣ ਫੇਸਬੁੱਕ ਕਹਿੰਦੇ ਆ ਵੀ ਅਸੀਂ ਇਸ ਦੇ ਬਾਬਤ ਪਾਲਿਸੀ ਚੇਂਜ ਜਿਹੜੀ ਉਹ ਕਰ ਰਹੇ ਹਾਂ। ਆਲਰੇਡੀ ਜੇ ਕੋਈ ਪੋਲੀਟੀਕਲ ਐਡ ਰਨ ਕਰ ਰਿਹਾ ਹੁੰਦਾ ਆ ਉਸ ਦਾ ਇੱਕ ਡਿਫਰੈਂਟ ਕੈਟਾਗਰੀ ਦੇ ਵਿੱਚ ਆਉਂਦਾ ਆ, ਪਰ ਇੱਕ ਲੂਪ ਹੋਲ ਫੇਸਬੁੱਕ ਇੰਸਟਾਗ੍ਰਾਮ ਦੇ ਉੱਤੇ ਇਸ ਤਰੀਕੇ ਦੇ ਨਾਲ ਸੀ ਜਿਹੜਾ ਬ੍ਰੈਂਡਡ ਕੰਟੈਂਟ ਨਾਮ ਦੇ ਅਧੀਨ ਆਉਂਦਾ ਸੀਗਾ। ਮੀਮਸ ਦੇ ਜ਼ਰੀਏ ਜਿਹੜੇ ਆ ਉਸਨੇ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਇਹਨਾਂ ਲੋਕਾਂ ਦੇ ਜ਼ਰੀਏ ਕੀਤੀ। 78 ਸਾਲਾਂ ਦਾ ਜਿਹੜਾ ਮਾਈਕ ਬਲੂਮਬਰਗ ਆ ਉਸਨੇ ਇਸ ਲੂਪ ਹੋਲ ਦਾ ਜਿਹੜਾ ਫਾਇਦਾ ਉਠਾਇਆ। ਅਤੇ ਹੁਣ ਜਿਹੜੇ ਫੇਸਬੁੱਕ ਵਾਲੇ ਆ ਉਹ ਇੰਸਟਾਗ੍ਰਾਮ ਜਿਨ੍ਹਾਂ ਦੇ ਅੰਡਰ ਹੀ ਜਿਹੜਾ ਉਹ ਆਉਂਦਾ ਆ ਉਸ ਦੇ ਵਿੱਚ ਇਹ ਪਾਲਿਸੀ ਹੁਣ ਵਿਸ਼ੇਸ਼ ਤੌਰ ਦੇ ਉੱਤੇ ਚੇਂਜ ਕਰਨ ਜਾ ਰਹੇ ਨੇ। ਅਗਲੀ ਖਬਰ ਜਿਹੜੀ ਆ ਸਾਡੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਆ, ਜਿੱਥੇ ਕਹਿੰਦੇ ਵੀ ਇੱਕ ਲੇਡੀ ਨੂੰ ਜਿਹੜਾ ਉਹਦਾ ਹੀ ਬॉयਫ੍ਰੈਂਡ ਉਸ ਨੇ ਪੀਸ ਕੱਟ ਕੇ ਉਹਦੇ ਜਿਹੜੀ ਬਾਡੀ ਦੇ ਪਾਰਟ ਸੀ ਉਹ ਸਿਊਰ ਦੇ ਵਿੱਚ, ਜਿਹੜਾ ਸਿਊਰ ਸਿਸਟਮ ਆ ਉਹਦੇ ਵਿੱਚ ਸਿੱਟ ਦਿੱਤੇ। ਉਹ ਤੋਂ ਬਾਅਦ ਸਮਹਾਓ ਪੁਲਿਸ ਨੇ ਉਹ ਜਿਹੜੀਆਂ ਪਿਕਚਰਸ ਆ ਉਹ ਕਿਸੇ ਨੂੰ ਰਿਲੀਜ਼ ਕਰ ਦਿੱਤੀਆਂ ਅਤੇ ਉਹ ਮੀਡੀਆ 'ਚ ਆ ਗਈਆਂ। ਅਤੇ ਹੁਣ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਮੈਕਸੀਕੋ ਦੇ ਵਿੱਚ ਜਿੰਨੀਆਂ ਵੀ ਬੀਬੀਆਂ ਹੈਗੀਆਂ ਆ, ਵਿਮਨ ਆ, ਉਹ ਪ੍ਰੋਟੈਸਟ ਮਾਰਚ ਕਰ ਰਹੀਆਂ ਵੀ ਜਿਹੜੀਆਂ ਬੀਬੀਆਂ ਦਾ ਜਿਹੜਾ ਉਹਨਾਂ ਦੇ ਨਾਲ ਵਰਤਾਵ ਆ ਵੀ ਕਿਸ ਤਰ੍ਹਾਂ ਦਾ ਕੀਤਾ ਜਾ ਰਿਹਾ। ਸੋ ਇਹ ਬਹੁਤ ਹੀ ਜਿਹੜਾ ਘਿਨਾਉਣਾ ਕੰਮ ਜਿਹੜਾ ਕੀਤਾ ਗਿਆ ਆ। ਸੋ 25 ਸਾਲਾਂ ਦੀ ਇਹ ਯੰਗ ਲੇਡੀ ਸੀ ਇੰਗਰੇਡ ਐਸਕਾਮਿਲਾ, ਜਿਸ ਨੂੰ ਕੱਟ ਕੇ ਜਿਹੜਾ ਆ ਉਸ ਨੇ ਇੱਕ ਸਿਊਰ ਸਿਸਟਮ ਦੇ ਵਿੱਚ ਸਿੱਟ ਦਿੱਤਾ। ਅਤੇ ਹੁਣ ਜਿਹੜਾ ਆ ਪੂਰੇ ਮੈਕਸੀਕੋ ਦੇ ਵਿੱਚ ਜਿਹੜੇ ਆ ਮੁਜ਼ਾਹਰੇ ਉਹਦੇ ਅਗੇਂਸਟ ਚੱਲ ਰਹੇ ਹੈਗੇ ਆ। ਜੀ ਅਗਲੀ ਖਬਰ ਜਿਹੜੀ ਮਾਈਕਲ ਐਵਨਾਟੀ ਜਿਹੜਾ ਇੱਕ ਲਾਇਰ ਸੀਗਾ ਜਿਸ ਦੀ ਕਾਫੀ ਜਿਹੜੀ ਇਸ ਟਾਈਮ ਬਦਖੋਹੀ ਜਿਹੜੀ ਹੋਈ ਆ, ਉਸ ਨੂੰ ਜਿਹੜੇ ਨਾਈਕੀ ਦੇ ਐਕਸਟੋਰਸ਼ਨ ਟਰਾਇਲ ਦੇ ਵਿੱਚ ਦੋਸ਼ੀ ਜਿਹੜਾ ਉਹ ਕਰਾਰ ਦਿੱਤਾ ਗਿਆ ਆ। ਇਸ ਦੇ ਉੱਤੇ ਦੋਸ਼ ਸੀਗਾ ਵੀ ਨਾਈਕੀ ਦੀ ਜਿਹੜੀ ਇਹ ਕੰਪਨੀ ਆ ਜਿਹੜੀ ਐਥਲੈਟਿਕ ਵੀਅਰ ਬਣਾਉਂਦੀ ਆ, ਸ਼ੂਜ਼ ਵਗੈਰਾ ਜਿਹੜੀ ਬਣਾਉਂਦੀ ਆ, ਉਹਨਾਂ ਦੇ ਕੋਲੋਂ ਇਸ ਨੇ $25 ਮਿਲੀਅਨ ਤੱਕ ਜਿਹੜੇ ਐਕਸਟੋਰਟ ਜਿਹੜੇ ਉਹ ਕੀਤੇ ਸੀਗੇ। ਅਤੇ ਜਿਊਰੀ ਨੇ ਹੁਣ ਇਸ ਨੂੰ ਇਹਨਾਂ ਦੋਸ਼ਾਂ ਦੇ ਵਿੱਚ ਜਿਹੜਾ ਆ ਦੋਸ਼ੀ ਕਰਾਰ ਦੇ ਦਿੱਤਾ ਆ ਅਤੇ ਦੋਸ਼ੀ ਪਾਇਆ ਆ। ਅਤੇ ਹੁਣ ਕਹਿੰਦੇ ਆ ਵੀ ਇਹ 2 ਸਾਲਾਂ ਤੋਂ ਬਾਅਦ ਚੱਲੇ ਟਰਾਇਲ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਦੋਸ਼ੀ ਕਰਾਰ ਦਿੱਤਾ ਗਿਆ। ਇਹ ਚਰਚਾ ਦੇ ਵਿੱਚ ਉਦੋਂ ਆਇਆ ਸੀਗਾ ਜਦ ਰਾਸ਼ਟਰਪਤੀ ਟਰੰਪ ਦਾ ਜਿਹੜਾ ਕਥਿਤ ਪੌਰਨ ਸਟਾਰ ਜਿਹੜੇ ਸਟੋਰਮੀ ਡੈਨੀਅਲ ਦੇ ਨਾਲ ਜਿਹੜਾ NDA ਦਾ ਮਸਲਾ ਅਤੇ ਉਸ ਦੇ ਨਾਲ ਜਿਹੜੇ ਰਿਲੇਸ਼ਨਸ਼ਿਪ ਦੇ ਚਰਚੇ ਤੋਂ ਬਾਅਦ ਦੇ ਵਿੱਚ ਇਹ ਉਸ ਦੇ ਵਕੀਲ ਦੇ ਵਜੋਂ ਇਹ ਉੱਭਰ ਕੇ ਆਇਆ ਸੀਗਾ। ਅਤੇ ਉਸ ਟਾਈਮ ਦਾ ਜਿਹੜਾ ਰਾਸ਼ਟਰਪਤੀ ਟਰੰਪ ਦਾ ਲਾਇਰ ਮਾਈਕਲ ਕੋਹਨ ਅਤੇ ਇਹ ਦੱਸਿਆ ਗਿਆ ਸੀ ਉਸ ਕੇਸ ਦੇ ਵਿੱਚ ਵੀ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੇ ਜਿਹੜੀ ਡੈਨੀਅਲਸ ਆ ਉਸ ਨੂੰ ਹਸ਼ ਮਨੀ ਜਿਹੜੀ ਉਹ ਦਿੱਤੀ ਸੀ ਵੀ ਉਹ ਆਪਣੇ ਇਸ ਰਿਲੇਸ਼ਨਸ਼ਿਪ ਦੇ ਬਾਰੇ ਚੁੱਪ ਰਹੇ। ਸੋ ਇਸ ਨੂੰ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਆ। ਜੀ ਅਗਲੀਆਂ ਖਬਰਾਂ ਜੇ ਆਈਏ ਆਪਾਂ ਹੁਣ ਇਮੀਗ੍ਰੇਸ਼ਨ ਵੱਲ। ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆਪਾਂ ਜੇ ਖਬਰਾਂ ਸਾਂਝੀਆਂ ਕਰੀਏ, USA ਦੇ ਵਿੱਚ ਫਰਵਰੀ 24 ਤੋਂ ਹੁਣ ਜਿਹੜੇ ਆ ਨਵੇਂ ਜਿਹੜੇ ਜਿੰਨੇ ਵੀ ਇਮੀਗ੍ਰੈਂਟ ਆ ਰਹੇ ਉਹਨਾਂ ਦੇ ਲਈ ਨਵਾਂ ਸਾਰਾ ਕੁਛ ਵੈਲਥ ਟੈਸਟ ਹੋਰ ਬਹੁਤ ਸਾਰੀਆਂ ਜਿਹੜੀਆਂ ਰੈਗੂਲੇਸ਼ਨਸ ਆ ਉਹ ਲਾਗੂ ਹੋਣਗੀਆਂ। ਅਤੇ ਇੱਕ ਖਬਰ ਜਿਹੜੀ ਆ ਹੂਸਟਨ ਟੈਕਸਸ ਤੋਂ ਆ ਰਹੀ ਆ ਵੀ ਵਾਈਟ ਹਾਊਸ ਵਾਲਿਆਂ ਨੇ ਹੁਣ ਇੱਕ ਜਿਹੜੀ ਆ ਬਾਰਡਰ ਪੈਟਰੋਲ ਏਜੰਟਸ ਦੀ ਇੱਕ ਸਪੈਸ਼ਲ ਟੀਮ ਜਿਹੜੀ ਤਿਆਰ ਕੀਤੀ ਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਸਕਾਡ ਟੀਮ ਹੁੰਦੀ ਹੈਗੀ ਆ ਪੁਲਿਸ ਵਾਲਿਆਂ ਦੀ, ਇੱਥੇ ਜਿਲੇ ਕਦੇ ਕੋਈ ਟੈਰਰਿਸਟ ਐਕਟੀਵਿਟੀ ਹੁੰਦੀ ਆ ਅਤੇ ਉਹ ਹਾਈਲੀ ਜਿਹੜੇ ਆ ਟ੍ਰੇਨਡ ਬੰਦੇ ਹੁੰਦੇ ਆ। ਸੋ ਉਹਨਾਂ ਨੇ 100 ਦੇ ਕਰੀਬ ਜਿਹੜੇ ਆ ਬਾਰਡਰ ਪੈਟਰੋਲ ਏਜੰਟਸ ਜਿਹੜੇ ਆ ਉਹ ਟ੍ਰੇਨਡ ਕੀਤੇ ਆ। ਇਸ ਟੀਮ ਦਾ ਨਾਮ BORTAC ਟੀਮ ਦੱਸਿਆ ਗਿਆ ਆ। ਅਤੇ ਇਹ ਜਿਹੜੀਆਂ ਸੈਂਚੁਰੀ ਸਿਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਜਾ ਕੇ ਇਹ ਰੇਡ ਮਾਰਨਗੇ। ਕੈਲੀਫੋਰਨੀਆ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਸਟੇਟ ਹੀ ਸੈਂਚੁਰੀ ਸਟੇਟ ਆ, ਤਾਂ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਸੈਂਚੁਰੀ ਸਿਟੀਜ਼ ਹੈਗੀਆਂ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਟੈਕਸਸ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ। ਕਹਿੰਦੇ ਵੀ 100 ਦੇ ਕਰੀਬ ਬਾਰਡਰ ਪੈਟਰੋਲ ਦੇ ਹਾਈਲੀ ਟ੍ਰੇਨਡ ਬੋਰਟੈਕ ਟੀਮ ਏਜੰਟਸ ਜਿਹੜੇ ਆ ਉਹ ਜਾ ਕੇ ਲੋਕਾਂ 'ਤੇ ਰੇਡ ਮਾਰਨਗੇ।
ਤੇ ਜਿਹੜੇ ਉਹ ਅਨਡਾਕੂਮੈਂਟਡ ਲੋਕਾਂ ਨੂੰ ਫੜਨਗੇ ਉਹ ਅੱਗੇ ਉਹ ਬਾਰਡਰ ਪੈਟਰੋਲ ਏਜੰਟ ਜਿਹੜੇ ਆਈਸ ਵਾਲੇ ਆ ਉਹਨਾਂ ਨੂੰ ਫੜਾ ਦੇਣਗੇ। ਸੋ ਇਹ ਜਿਹੜਾ ਆ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਸਪੈਸ਼ਲ ਜਿਹੜਾ ਇੱਕ ਤਰ੍ਹਾਂ ਦੇ ਨਾਲ ਆਪਣਾ ਆਈਡੀਆ ਲੈ ਕੇ ਆਏ ਹੈਗੇ ਆ ਵੀ ਅਸੀਂ ਜਿਹੜੀਆਂ ਸਿਟੀਜ਼ ਸਾਨੂੰ ਕੋਆਪਰੇਟ ਨਹੀਂ ਕਰਦੀਆਂ, ਪੁਲਿਸ ਨਹੀਂ ਕੋਆਪਰੇਟ ਕਰਦੀ, ਉੱਥੇ ਅਸੀਂ ਇਹ ਸਪੈਸ਼ਲ ਟੀਮ ਜਿਹੜੀ ਆ ਭੇਜਾਂਗੇ। ਆਈਸ ਦੇ ਜੇ ਦੱਸਦੀ ਜਾਈਏ 5300 ਦੇ ਕਰੀਬ ਐਨਫੋਰਸਮੈਂਟ ਆਫੀਸਰਸ ਨੇਸ਼ਨ ਵਾਈਡ ਹੈਗੇ ਆ ਅਤੇ ਇਹ ਇੰਨੀ ਵੱਡੀ ਗਿਣਤੀ ਨਹੀਂ ਹੈਗੀ, ਪਰ ਉਹਨੂੰ ਦੇਖਦੇ ਹੋਏ ਇਹਨਾਂ ਨੇ ਹੁਣ ਕਿਉਂਕਿ ਜਦੋਂ ਲੋਕਲ ਪੁਲਿਸ ਇਮੀਗ੍ਰੇਸ਼ਨ ਦੇ ਨਾਲ ਕੋਆਪਰੇਟ ਨਹੀਂ ਕਰਦੀ ਅਤੇ ਇਮੀਗ੍ਰੇਸ਼ਨ ਆਫੀਸਰ ਜਿਹੜੇ ਉਹ ਡਰਦੇ ਆ ਵੀ ਹੋ ਸਕਦਾ ਕਿਸੇ ਦੇ ਕੋਲ ਕੋਈ ਹਥਿਆਰ ਨਾ ਹੋਵੇ ਜਾਂ ਉਹਨਾਂ 'ਤੇ ਗੋਲੀ ਨਾ ਚਲਾ ਦੇਣ। ਸੋ ਇਸ ਕਰਕੇ ਕਹਿੰਦੇ ਵੀ ਅਸੀਂ ਜਿਹੜੀ ਸਪੈਸ਼ਲ ਟੀਮ ਆ ਉਹ ਤਿਆਰ ਕੀਤੀ ਹੈਗੀ ਆ। ਜੀ ਬਿਲਕੁਲ, ਇਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਐਜ਼ ਏ ਸ਼ੁਰੂਆਤ ਦੇ ਵਿੱਚ ਟੈਕਸਾਸ ਸ਼ੁਰੂ ਕੀਤਾ ਜਾਊਗਾ, ਇਸ ਤੋਂ ਬਾਅਦ ਦੇ ਵਿੱਚ ਸ਼ਿਕਾਗੋ, ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਐਂਜਲਸ, ਅਟਲਾਂਟਾ, ਬੋਸਟਨ, ਨਿਊ ਆਰਲੀਨਜ਼, ਡੈਟਰੋਇਟ, ਨਿਊਯਾਰਕ, ਜਿਹੜਾ ਨਿਊ ਜਰਸੀ ਦੇ ਵਿੱਚ ਆ ਉੱਥੇ ਵੀ ਜਿਹੜਾ ਉਹ ਘੱਲਿਆ ਜਾਵੇਗਾ, ਖਾਸ ਕਰਕੇ ਸੈਂਚੁਰੀ ਸਿਟੀਜ਼ ਦੇ ਵਿੱਚ। ਸੋ ਇਹ ਜਿਹੜੀ ਸਪੈਸ਼ਲ ਸਵਾਟ ਟੀਮ ਆ ਆਈਸ ਦੇ ਜਿਹੜੇ ਐਨਫੋਰਸਮੈਂਟ ਆਫਿਸਰਸ ਆ ਉਹਨਾਂ ਦੀ ਜਿਹੜੀ ਉਸ ਦੇ ਵਿੱਚ ਮਦਦ ਕਰੇਗੀ, ਖਾਸ ਕਰਕੇ ਉਹਨਾਂ ਥਾਵਾਂ ਦੇ ਵਿੱਚ ਜਿੱਥੇ ਲੋਕਲ ਲਾ ਐਨਫੋਰਸਮੈਂਟ ਆ ਇਹਨਾਂ ਦੀ ਮਦਦ ਕਰਨ ਤੋਂ ਇਨਕਾਰੀ ਜਿਹੜੀ ਆ ਉਹ ਹੋਈ ਪਈ ਆ। ਸੋ ਇਹ ਇੱਕ ਵੱਡਾ ਜਿਹੜਾ ਫੈਸਲਾ ਆ ਉਹ ਇਹਨਾਂ ਨੇ ਲਿਆ ਆ। ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਅਦਾਲਤੀ ਕਾਰਵਾਈਆਂ ਵੀ ਜਿਹੜੀਆਂ ਇੱਕ ਤਰਫਾ ਜਿਹੜੇ ਪਾਸੇ ਚੱਲ ਰਹੀਆਂ ਆ, ਅਤੇ ਹੁਣ ਜਿਹੜੇ ਫੈਡਰਲ ਏਜੰਟਸ ਆ ਉਹਨਾਂ ਨੂੰ ਜਿਹੜਾ ਇਹਨਾਂ ਆਈਸ ਦੇ ਏਜੰਟਸ ਦੀ ਮਦਦ ਦੇ ਲਈ ਉਹਨਾਂ ਥਾਵਾਂ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਘੱਲਿਆ ਜਾ ਰਿਹਾ ਹੈ। ਜਿਹੜੀ ਇੱਕ ਐਲੀਟ ਫੋਰਸ ਇਹਨਾਂ ਨੇ ਹੁਣ ਆਪਣੇ ਹੀ ਜਿਹੜੇ ਏਜੰਟਸ ਦੇ ਵਿੱਚੋਂ ਬਾਰਡਰ ਪੈਟਰੋਲ ਦੇ ਏਜੰਟਸ ਦੇ ਵੱਲੋਂ ਤਿਆਰ ਕੀਤੀ ਆ। ਸੋ ਜਿਹੜੇ ਵੀ ਇਸ ਦੇ ਹੱਕ ਦੇ ਵਿੱਚ ਸੀਗੇ ਉਹਨਾਂ ਦੇ ਵੱਲੋਂ ਇਸ ਪੂਰੇ ਕਦਮ ਦੀ ਜਿਹੜੀ ਆ ਸ਼ਲਾਘਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਜੀ, ਇਹਦੇ ਸੰਬੰਧ ਵਿੱਚ ਨੌਰੀਨ ਸ਼ਾਹ ਇੱਕ ਸੀਨੀਅਰ ਐਡਵੋਕੇਸੀ ਅਤੇ ਪਾਲਿਸੀ ਕੌਂਸਲ ਹੈਗੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਦੇ, ਉਹਨਾਂ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ ਹੈਗਾ, ਖਾਸ ਕਰਕੇ ਜਿਹੜੇ ਰਿਮੋਟ ਬਾਰਡਰ ਰੀਜਨਸ ਹੈਗੇ ਆ, ਟੈਕਸਸ ਹੋ ਗਿਆ ਜਾਂ ਆਪਾਂ ਕੈਲੀਫੋਰਨੀਆ ਕਹਿ ਸਕਦੇ ਹੈਗੇ ਆ, ਅਤੇ ਕਹਿੰਦੇ ਵੀ ਇਮੀਗ੍ਰੈਂਟ ਜਿਹੜੇ ਇੱਦਾਂ ਦੇ ਮਾਹੌਲ ਦੇ ਵਿੱਚ ਬਹੁਤ ਜ਼ਿਆਦਾ ਡਰਨਗੇ ਅਤੇ ਸਾਨੂੰ ਜਿਹੜੀਆਂ ਕਹਿੰਦੇ ਵੀ ਸਵੈਟ ਲਾਈਕ ਟੀਮਸ ਆ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਨਹੀਂ ਵਰਤਣੀਆਂ ਚਾਹੀਦੀਆਂ। ਅਤੇ ਇਸੇ ਤਰ੍ਹਾਂ ਲੋਰੇਲਾ ਪਰੇਲੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਕਮਿਊਨਿਟੀ ਇੰਚਾਰਜ ਚੇਂਜ ਐਕਸ਼ਨ ਦੇ, ਇਹ ਵੀ ਇੱਕ ਐਡਵੋਕੇਸੀ ਗਰੁੱਪ ਹੈਗਾ, ਉਹ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਇਮੀਗ੍ਰੈਂਟਸ ਨੂੰ ਟੈਰਰਾਈਜ਼ ਕਰਨ ਦਾ ਜਿਹੜਾ ਇੱਕ ਤਰ੍ਹਾਂ ਦਾ ਮਾਹੌਲ ਹੈਗਾ ਆ। ਜੀ ਜੀ ਸੋ ਇਹ ਜਿਹੜਾ ਇਸ ਟਾਈਮ ਚੇਂਜਸ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ। ਉੱਧਰ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਵਾਈਟ ਹਾਊਸ ਦੇ ਦੁਆਰਾ ਇੱਕ 600 ਪੇਜਾਂ ਦਾ ਨਵਾਂ ਇਮੀਗ੍ਰੇਸ਼ਨ ਬਿੱਲ ਜਿਹੜਾ ਆ ਉਹ ਲਿਆਂਦਾ ਗਿਆ ਸੀਗਾ ਕੁਝ ਸਮੇਂ ਪਹਿਲਾਂ, ਪਰ ਹਾਲ ਦੀ ਘੜੀ ਉਸ ਨੂੰ ਕੋਈ ਬਹੁਤੀ ਟਰੈਕਸ਼ਨ ਜਿਹੜੀ ਆ ਉਹ ਨਹੀਂ ਮਿਲ ਰਹੀ। ਵਾਈਟ ਹਾਊਸ ਅਜੇ ਵੀ ਲਗਾਤਾਰ ਬਹੁਤ ਸਾਰੇ ਲਾਅ ਮੇਕਰਸ, ਬਿਜ਼ਨਸ ਲੀਡਰ ਅਤੇ ਜਿਹੜੇ ਐਕਟਿਵਿਸਟ ਆ ਉਹਨਾਂ ਦੇ ਨਾਲ ਮੀਟਿੰਗਸ ਜਿਹੜਾ ਆ ਉਹ ਕਰ ਰਿਹਾ ਆ ਆਪਣੇ ਜਿਹੜੇ ਇਸ 600 ਪੇਜ ਦੇ ਜਿਹੜੇ ਆ ਉਸ ਬਿੱਲ ਦੇ ਵਿੱਚ। ਕਈ ਥਾਵਾਂ ਦੇ ਉੱਤੇ ਇਸ ਦੀ ਜਿਹੜੇ ਸਿੱਲੀ ਬਿੱਲ ਕਹਿ ਕੇ ਖਿੱਲੀ ਵੀ ਉਡਾਈ ਜਾ ਰਹੀ ਆ, ਅਤੇ ਜਿਹੜੇ ਇਸ ਇਮੀਗ੍ਰੇਸ਼ਨ ਪੋਲਿਸੀ ਦੇ ਚੇਂਜਸ ਦੇ ਹੱਕ ਦੇ ਵਿੱਚ ਆ ਉਹ ਉਸ ਨੂੰ ਇੱਕ ਵਧੀਆ ਐਫਰਟ ਦੇ ਵਜੋਂ ਵੀ ਗਰਦਾਨ ਰਹੇ ਹੈਗੇ ਆ। ਸੋ ਹਾਲ ਦੀ ਘੜੀ ਜਿਹੜੇ ਆ ਇਹ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਉੱਤੋਂ 2020 ਦੀਆਂ ਇਲੈਕਸ਼ਨ ਜਿਹੜੀਆਂ ਉਹ ਸਿਰ 'ਤੇ ਹੈਗੀਆਂ ਨੇ, ਅਤੇ ਉੱਤੋਂ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇੱਕ ਵੱਡਾ ਬਿੱਲ ਲਿਆਉਣ ਦੀ ਜਿਹੜੀ ਉਹ ਤਿਆਰੀ ਆ ਉਹ ਕੀਤੀ ਜਾ ਰਹੀ ਆ। ਰਾਸ਼ਟਰਪਤੀ ਟਰੰਪ ਦਾ ਜਵਾਈ, ਜਿਸ ਦੀ ਇਸ ਪੋਲਿਸੀ ਮੇਕਿੰਗ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਤਜਰਬਾ ਨਹੀਂ ਆ, ਉਸ ਨੂੰ ਮਿਡਲ ਈਸਟ ਪੀਸ ਪੋਲਿਸੀ ਦਾ ਵੀ ਮੇਨ ਬਣਾਇਆ ਗਿਆ, ਅਤੇ ਜਿਹੜਾ ਨਾਲ ਦੇ ਨਾਲ ਇਮੀਗ੍ਰੇਸ਼ਨ ਦੀ ਜਿਹੜੀ ਇਸ ਜਿਹੜੀ ਕਹਿ ਲਓ ਵੀ ਚੇਂਜਸ ਦੇ ਲਈ ਵੀ ਉਸ ਨੂੰ ਮੁੱਖ ਜਿਹੜਾ ਕਹਿ ਲਓ ਵੀ ਲਗਾਮ ਫੜਾਈ ਗਈ ਆ। ਸੋ ਉਹਨਾਂ ਦੇ ਦੁਆਰਾ ਇਸ ਪਲਾਨ ਨੂੰ ਆਰਕੀਟੈਕਟ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ, ਅਤੇ ਉਹ ਸੋਚ ਰਹੇ ਆ, ਉਹ ਟਰਾਈ ਕਰ ਰਹੇ ਆ ਵੀ ਉਹਨਾਂ ਦਾ ਜਿਹੜਾ ਇਹ ਕੋਈ ਨਾ ਕੋਈ ਜਿਹੜਾ ਚੱਕਿਆ ਹੋਇਆ ਕਦਮ ਆ ਜਾਂ ਲਿਖਿਆ ਹੋਇਆ ਕੋਈ ਇੱਦਾਂ ਦਾ ਪੋਲਿਸੀ ਚੇਂਜ ਆ ਉਹ ਲਾਗੂ ਹੋ ਸਕੇ। ਮਿਡਲ ਈਸਟ ਦੇ ਵਿੱਚ ਜਿਹੜੀ ਇਜ਼ਰਾਈਲ ਅਤੇ ਪੈਲਸਤੀਨ ਦੇ ਦਰਮਿਆਨ ਜਿਹੜੀ ਪੀਸ ਦੀ ਡੀਲ ਆ ਉਹ ਤਾਂ ਮੂਧੇ ਮੂੰਹ ਜਿਹੜੀ ਉਹਨਾਂ ਦੀ ਡਿੱਗੀ ਆ, ਉਸ ਦੇ ਉੱਤੇ ਤਾਂ ਕਿਸੇ ਤਰੀਕੇ ਦੀ ਦੋਨੋਂ ਪਾਸੋਂ ਉਹਨਾਂ ਨੂੰ ਟਰੈਕਸ਼ਨ ਨਹੀਂ ਮਿਲੀ, ਅਤੇ ਹੁਣ ਜੈਰਡ ਕੁਸ਼ਨਰ ਇਹ ਟਰਾਈ ਕਰ ਰਿਹਾ ਵੀ ਐਟਲੀਸਟ ਇਹਨਾਂ ਦੇ ਇਮੀਗ੍ਰੇਸ਼ਨ ਵਾਲੇ ਬਿੱਲ ਨੂੰ ਕਿਸੇ ਤਰੀਕੇ ਦਾ ਕੋਈ ਜਿਹੜਾ ਆ ਉਹ ਸਮਰਥਨ ਮਿਲੇ। ਪਰ ਹਾਲ ਦੀ ਘੜੀ ਆਇਲ ਦੇ ਦੋਨੋਂ ਪਾਸੋਂ ਹੀ ਜਿਹੜਾ ਪੂਰੀ ਤਰ੍ਹਾਂ ਲੋਕ ਇਸ ਦੇ ਸਮਰਥਨ ਦੇ ਵਿੱਚ ਉਹ ਨਹੀਂ ਆ ਰਹੇ। ਸੋ
ਹਾਲ ਦੀ ਘੜੀ ਕਹਿੰਦੇ ਵੀ 22 GOP ਸੈਨੇਟਰਸ ਜਿਹੜੇ ਆ ਉਹ ਇਸ ਦੇ ਹੱਕ ਦੇ ਵਿੱਚ ਜਿਹੜੇ ਉਹ ਆ ਚੁੱਕੇ ਨੇ। ਇਹਨਾਂ ਨੇ ਜਿਹੜੇ 53 GOP ਦੇ ਜਿਹੜੇ ਸੈਨੇਟਰਸ ਆ ਉਹ ਹੈਗੇ ਨੇ, ਅਤੇ ਉਹਨਾਂ ਦੀ ਕੋਸ਼ਿਸ਼ ਆ ਵੀ ਐਟਲੀਸਟ ਇਹਨਾਂ ਦੇ ਘੱਟੋ ਘੱਟ ਜਿਹੜੇ GOP ਦੇ ਜਿਹੜੇ ਸੈਨੇਟਰਸ ਆ ਉਹਨਾਂ ਦੀ ਬੈਕਿੰਗ ਜਿਹੜੀ ਇਹਨਾਂ ਨੂੰ ਇਹ ਮਿਲ ਸਕੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਇਸ ਚੀਜ਼ ਨੂੰ ਕਰਨ ਦੇ ਵਿੱਚ ਇਹਨਾਂ ਨੂੰ ਕਿੰਨਾ ਕੁ ਹੋਰ ਸਮਾਂ ਜਿਹੜਾ ਉਹ ਲੱਗ ਸਕਦਾ ਆ। ਅਤੇ ਇਸ ਬਿੱਲ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਆਈ ਥਿੰਕ ਇਹੀ ਮੇਨ ਜਿਹੜੀ ਇਹਨਾਂ ਦੀ ਟਰਾਈ ਜਿਹੜੀ ਉਹ ਰਹੇਗੀ ਵੀ ਮੈਰਿਟ ਬੇਸਡ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਇਮੀਗ੍ਰੇਸ਼ਨ ਆ ਉਸ ਦੇ ਵਿੱਚ ਰਾਈਟ ਨਾਓ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਨੂੰ ਤਬਦੀਲ ਕੀਤਾ ਜਾ ਸਕੇ। ਜੀ, ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਕਸਟਮਰ ਇਨਫੋਰਸਮੈਂਟ ਨੂੰ ਲੈ ਕੇ ਆ, ਕਹਿੰਦੇ ਪਈ ਔਰੇਗਨ ਦੇ ਵਿੱਚ ਉਹ ਇੱਕ ਆਪਣਾ ਜਿਹੜਾ ਉਹਨਾਂ ਦਾ ਇਨਫੋਰਸਮੈਂਟ ਅਤੇ ਰਿਮੂਵਲ ਆਪਰੇਸ਼ਨ ਵਾਲੀ ਜਿਹੜੀ ਬਿਲਡਿੰਗ ਆ ਉਹ ਸਕਾਰਬੋਰੋ ਆਫਿਸ ਜਿਹੜੀ ਆ ਉੱਥੇ ਮੂਵ ਕਰਨ ਜਾ ਰਹੇ ਹੈਗੇ ਆ। ਪਿਛਲੇ ਸਾਲ ਇੱਕ ਜਿਹੜਾ ਇਮੀਗ੍ਰੇਸ਼ਨ ਦਾ ਆਫਿਸ ਸੀਗਾ ਰਿਮੂਵਲ ਆਫਿਸ, ਉੱਥੇ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਸੀ, ਲਗਭਗ 1.5 ਮਹੀਨਾ ਉੱਥੇ ਪ੍ਰੋਟੈਸਟ ਚੱਲਦਾ ਰਿਹਾ ਸੀ, ਅਤੇ ਉਹ ਆਫਿਸ ਅਲਟੀਮੇਟਲੀ ਉਹਨਾਂ ਨੂੰ ਮੂਵ ਕਰਨਾ ਪਿਆ। ਅਤੇ ਹੁਣ ਉਹਨਾਂ ਨੇ ਜਿਹੜਾ ਪੋਰਟਲੈਂਡ ਵੈਟਰਨਰੀ ਸੈਂਟਰ ਹੈਗਾ ਆ ਉਹਦੇ ਨਾਲ ਸ਼ੇਅਰ ਕਰਦੀ ਇਹ ਬਿਲਡਿੰਗ ਲਈ ਹੈਗੀ ਆ। ਸਰੋਤਿਆਂ ਨੂੰ ਦੱਸਦੇ ਜਾਈਏ ਨੇਸ਼ਨ ਵਾਈਡ ਪੂਰੇ USA ਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ 24 ਦੇ ਕਰੀਬ ਉਹਨਾਂ ਦੇ ਰੀਜਨਲ ਇਨਫੋਰਸਮੈਂਟ 'ਤੇ ਹੈਗੇ ਆ ਆਫਿਸਰਸ, ਅਤੇ ਰਿਮੂਵਲ ਆਫਿਸਰਸ ਜਿਹੜੇ ਹੈਗੇ ਆ 18 ਸਟੇਟਾਂ ਦੇ ਵਿੱਚ ਇਹ ਆਫਿਸ ਹੈਗੇ ਆ। ਮੈਸਾਚੂਸੇਟਸ, ਰੋਡਸ ਆਈਲੈਂਡ, ਨਿਊ ਹੈਂਪਸ਼ਾਇਰ, ਵਰਮਾਊਂਟ। ਸੋ ਹੌਲੀ ਹੌਲੀ ਜਿਹੜੇ ਆ ਇਹ ਆਪਣੇ ਆਫਿਸ ਵੀ ਜਿਹੜੇ ਵਧਾ ਰਹੇ ਹੈਗੇ ਆ। ਜੀ, ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਇੱਦਾਂ ਹੀ ਚੱਲਦਾ ਰਹੇਗਾ। ਜੀ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ, ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਕੀ ਗੱਲ ਸਿੰਮੀ, ਬੜੀ ਨਿਖਰੀ ਫਿਰਦੀ ਆ, ਤੇਰਾ ਚਿਹਰਾ ਤਾਂ ਸ਼ਾਈਨ ਕਰੀ ਜਾਂਦਾ। ਰਾਣੋ, ਇਹ ਕਮਾਲ ਆ A Star ਥ੍ਰੈਡਿੰਗ ਵਾਲਿਆਂ ਦਾ। A Star ਥ੍ਰੈਡਿੰਗ 4400 ਐਲਵੇਟਾ ਰੋਡ, ਸਵੀਟ ਨੰਬਰ 170 ਐਂਟਲੋਪ। ਇੱਥੇ ਤੁਸੀਂ ਕਰਵਾ ਸਕਦੇ ਹੋ ਪਰਮਾਨੈਂਟ ਮੇਕਅਪ, ਮਾਈਕਰੋਬਲੇਡਿੰਗ, ਪਰਮਾਨੈਂਟ ਆਈਲਾਈਨਰ, ਡਾਰਕ ਸਪੌਟ, ਪਿਗਮੈਂਟੇਸ਼ਨ ਅਤੇ ਛਾਈਆਂ ਵਾਸਤੇ ਮਾਈਕਰੋ ਨੀਡਲਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀਆਂ, ਪਾਰਟੀਆਂ ਵਾਸਤੇ ਮੇਕਅਪ ਅਤੇ ਹਰ ਇੱਕ ਤਰ੍ਹਾਂ ਦਾ ਹੇਅਰ ਸਟਾਈਲ, ਲੈਸ਼ ਐਕਸਟੈਂਸ਼ਨ, ਲੈਸ਼ ਲਿਫਟਿੰਗ, ਲੈਸ਼ ਟਿੰਟਿੰਗ ਅਤੇ ਆਈਬ੍ਰੋ ਟਿੰਟਿੰਗ ਤੇ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਫੇਸ਼ੀਅਲ ਅਤੇ ਥ੍ਰੈਡਿੰਗ ਵੀ ਕਰਵਾ ਸਕਦੇ ਹੋ। ਵਿਆਹ ਸ਼ਾਦੀ ਵਾਸਤੇ ਸੂਟ, ਲਹਿੰਗੇ ਵੀ ਤਿਆਰ ਕਰਵਾ ਕੇ ਦਿੰਦੇ ਹਨ। ਇਹ ਖੁੱਲੇ ਰਹਿੰਦੇ ਹਨ ਮੰਡੇ ਟੂ ਸੈਟਰਡੇ ਸਵੇਰੇ 10 ਵਜੇ ਤੋਂ ਸ਼ਾਮੀ 6 ਵਜੇ ਤੱਕ ਅਤੇ ਸੰਡੇ ਓਨਲੀ ਅਪਾਇੰਟਮੈਂਟਸ। ਇਹਨਾਂ ਨੂੰ ਤੁਸੀਂ ਇੰਸਟਾਗ੍ਰਾਮ ਅਤੇ ਫੇਸਬੁੱਕ ਤੇ ਵੀ ਫੋਲੋ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ astarthreading.com ਤੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167210506 916 721 0506। ਪੰਜਾਬੀ ਰੇਡੀਓ USA ਦੀ ਇਸ ਐਡ ਦਾ ਹਵਾਲਾ ਦੇਣ ਤੇ 10% ਦਾ ਡਿਸਕਾਊਂਟ ਲੈ ਸਕਦੇ ਹੋ। ਨਾ ਮੈਂ ਕਹਿੰਨੀ ਆ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ,
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਕੀ ਤੁਸੀਂ ਸਾਲ ਦੇ 50,000 ਤੋਂ $1 ਲੱਖ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਏਬੀਲੈਕਸ ਟਰੱਕ ਸਕੂਲ ਸੈਕਰਾਮੈਂਟੋ ਵਾਲਿਆਂ ਨੂੰ। ਇਹ ਤੁਹਾਡਾ ਕਲਾਸ A ਕਲਾਸ B ਲਾਇਸੈਂਸ ਲੈਣ ਦੇ ਵਿੱਚ ਮਦਦ ਕਰਨਗੇ ਅਤੇ ਤੁਹਾਨੂੰ 1 ਮਹੀਨੇ ਦੇ ਵਿੱਚ ਟਰੱਕ ਡਰਾਈਵਰ ਦੀ ਜੌਬ ਦਿਵਾਉਣਗੇ। ਅੱਜ ਹੀ ਕਾਲ ਕਰੋ ਤੇ ਬਹੁਤ ਹੀ ਵਧੀਆ ਡਿਸਕਾਊਂਟ ਲਓ। ਕਾਲ 9168509952 916 850 9952। ਐਡਰੈਸ 7473 ਰੀਜ ਰੋਡ ਸਵੀਟ 2 ਸੈਕਰਾਮੈਂਟੋ। ਜਾਂ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.abylex.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦਾ ਸਪੈਸ਼ਲ ਅਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਜੇ ਅਗਲੀਆਂ ਖਬਰਾਂ ਵੱਲ ਜਾਈਏ, ਕਹਿੰਦੇ ਵੀ ਲਾਸ ਐਂਜਲਸ ਦੇ ਮੇਅਰ ਨੇ ਓਪਨਲੀ ਇਹ ਕਿਹਾ ਵੀ ਜੇ ਤੁਹਾਡੇ ਡੋਰ ਨੂੰ ਕੋਈ ਆ ਕੇ ਖੜਕਾਉਂਦਾ ਆ ਇਮੀਗ੍ਰੇਸ਼ਨ ਇਨਫੋਰਸਮੈਂਟ ਵਾਲਾ, ਖਾਸ ਕਰਕੇ ਆਈਸ ਵਾਲਾ, ਤੁਸੀਂ ਉਹਨੂੰ ਖੋਲ੍ਹੋ ਨਾ। ਸੋ ਇਹ ਸਾਡੀ ਜਿਹੜੀ ਇੱਕ ਸੈਂਕਚੁਰੀ ਸਿਟੀ ਹੈਗੀ ਆ। ਇਹਦੇ ਸੰਬੰਧ ਦੇ ਵਿੱਚ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਬ੍ਰੈਂਡਨ ਚੱਡ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਆ ਲਾਸ ਐਂਜਲਸ ਦਾ ਮੇਅਰ ਆ, ਇਹ ਟੋਟਲੀ ਜਿਹੜਾ ਰੋਂਗ ਮੈਸੇਜ ਭੇਜ ਰਿਹਾ ਹੈਗਾ ਆ। ਸੋ ਇਹਦੇ ਨਾਲ ਜਿਹੜੇ ਕ੍ਰਿਮੀਨਲ ਬੰਦੇ ਆ ਉਹਨਾਂ ਨੂੰ ਵੀ ਜਿਹੜਾ ਹੌਸਲਾ ਮਿਲੂਗਾ। ਸੋ ਉਹ ਕਹਿੰਦੇ ਵੀ ਜਿਸ ਤਰ੍ਹਾਂ ਜਿਹੜੀ ਆਪਾਂ ਅਲੀਟ ਜਿਹੜੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਫੌਜ ਆਪਾਂ ਕਹਿ ਸਕਦੇ ਫੋਰਸ ਉਹਨੀ ਤਿਆਰ ਕੀਤੀ ਹੈਗੀ ਆ, ਉਹ ਆਪਾਂ ਲਾਸ ਐਂਜਲਸ ਵੀ ਜਿਹੜੀ ਆ ਭੇਜ ਸਕਦੇ ਹੈਗੇ ਆ। ਸੋ ਹੁਣ ਸਟੇਟ ਅਤੇ ਸਿਟੀ ਪੁਲਿਸ ਦੀ ਅਤੇ ਆਈਸ ਦੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਜਿਹੜੀ ਆ ਸਿੱਧਮ ਸਿੱਧੀ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਬਹਿਸ ਚੱਲ ਰਹੀ ਹੈਗੀ ਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਵੀ ਅਮਰੀਕਾ ਦੇ ਜਿਹੜੇ ਲੁਜ਼ੀਆਨਾ ਦੇ ਸੂਬੇ ਦੇ ਵਿੱਚ ਇੱਕ ਥਾਂ ਦੇ ਉੱਤੇ ਡਿਟੈਂਸ਼ਨ ਸੈਂਟਰ ਜਿਹੜਾ ਆ, ਬੰਦੀ ਕੇਂਦਰ ਆ, ਉਸ ਦੇ ਵਿੱਚ ਅਸਾਈਲਮ ਦੀ ਮੰਗ ਕਰਨ ਵਾਲੇ ਜਿਹੜੇ 5 ਭਾਰਤੀ ਨਾਗਰਿਕ ਆ, ਉਹ ਇਸ ਟਾਈਮ ਭੁੱਖ ਹੜਤਾਲ ਦੇ ਉੱਤੇ ਬੈਠੇ ਹੋਏ ਆ ਅਤੇ ਕਹਿੰਦੇ ਚੌਥੇ ਮਹੀਨੇ ਦੇ ਵਿੱਚ ਉਹਨਾਂ ਦੀ ਭੁੱਖ ਹੜਤਾਲ ਦਾਖਲ ਹੋ ਚੁੱਕੀ ਹੈ। ਇਹਨਾਂ ਦੇ ਵਿੱਚ ਇੱਕ ਸਿੱਖ ਅਤੇ 4 ਜਿਹੜੇ ਹਿੰਦੂ ਉਹ ਸ਼ਾਮਲ ਨੇ। ਸੋ ਇਸ ਦੇ ਬਾਰੇ ਰੀਸੈਂਟਲੀ ਹੀ ਜਿਹੜੀ ਆ ਉਹ ਗੱਲ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਸੀਗੀ। ਸੋ ਹੰਗਰ ਸਟ੍ਰਾਈਕ ਦੇ ਉੱਤੇ ਇਹ ਬੈਠੇ ਹੋਏ ਨੇ ਤਾਂ ਜੋ ਉਹਨਾਂ ਦੇ ਜਿਹੜੇ ਹਰਜੋਤ ਸਿੰਘ ਜੀ ਵੀ ਕੇਸ ਆ ਉਹਨਾਂ ਨੂੰ ਸੁਣਿਆ ਜਾ ਸਕੇ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਅਸਾਈਲਮ ਜਿਹੜਾ ਉਹ ਮਿਲ ਸਕੇ। ਪਰ ਹਾਲ ਦੀ ਘੜੀ ਅਜੇ ਤੱਕ ਵੀ ਜਿਹੜਾ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਉਹ ਕਾਰਵਾਈ ਨਹੀਂ ਜਿਹੜੀ ਉਹ ਹੋਈ। ਸੋ ਆਈਸ ਵਾਲਿਆਂ ਨੂੰ ਉਹਨਾਂ ਨੂੰ ਕਾਫੀ ਚਿਰ ਤੋਂ ਜਿਹੜਾ ਆ ਉਹ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਹੋਇਆ ਆ ਅਤੇ ਕਹਿੰਦੇ ਵੀ ਉਹਨਾਂ ਦੀ ਜਿਹੜੀ ਇੱਛਾ ਤੋਂ ਬਗੈਰ ਉਹਨਾਂ ਦੇ ਸਰੀਰ ਦੇ ਵਿੱਚ ਨਿਊਟ੍ਰੀਸ਼ਨਲ ਸਪਲੀਮੈਂਟ ਜਿਹੜੇ ਆ ਉਹ ਪੁਸ਼ ਕੀਤੇ ਜਾ ਰਹੇ ਨੇ, ਟਿਊਬ ਪਾ ਕੇ ਉਹਨਾਂ ਨੂੰ ਜਿਹੜਾ ਆ ਉਹ ਖਾਣਾ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ। ਸੋ ਇਹ ਇਸ ਟਾਈਮ ਲੁਜ਼ੀਆਨਾ ਦੇ ਇੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਹੋ ਰਿਹਾ ਹੈਗਾ ਆ। ਸੋ ਉੱਥੇ ਦੀਆਂ ਜਿਹੜੀਆਂ ਇਮੀਗ੍ਰੇਟ ਜਿਹੜੀਆਂ ਪ੍ਰਿਜ਼ਨਸ ਆ ਉਹਨਾਂ ਦੇ ਵਿੱਚ। ਸੋ ਇਸ ਐਡਮਿਨਿਸਟ੍ਰੇਸ਼ਨ ਦੀ ਪਾਲਿਸੀ ਦੇ ਤਹਿਤ
ਜਿਹੜੇ ਉਹ ਇਸ ਉਹਨਾਂ ਨੇ ਆਖਿਆ ਸੀਗਾ ਵੀ ਜਿਹੜਾ ਵੀ ਕੋਈ ਮਾਈਗਰੈਂਟ ਹੰਗਰ ਸਟ੍ਰਾਈਕ ਇੱਦਾਂ ਆ ਉਹ ਕਰਦਾ ਆ ਅਤੇ ਉਹਨਾਂ ਨੂੰ ਜਿਹੜਾ ਆ ਉਹ ਫੋਰਸ ਫੀਡ ਆ ਉਹ ਕੀਤਾ ਜਾ ਸਕਦਾ ਹੈਗਾ ਆ। ਅਤੇ ਇਹ ਇਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਰੌਲਾ ਰੱਪਾ ਵੀ ਜਿਹੜਾ ਉਹ ਪਿਆ ਸੀਗਾ, ਕਿਉਂਕਿ ਪ੍ਰਸ਼ਾਸਨ ਵੀ ਨਹੀਂ ਚਾਹੁੰਦਾ ਵੀ ਸਾਰੇ ਜਾਣੇ ਇਸ ਹਿਸਾਬ ਦੇ ਨਾਲ ਸਟ੍ਰਾਈਕ ਕਰੀ ਜਾਣ ਅਤੇ ਫਿਰ ਉਹ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਗੇ। ਸੋ ਹੁਣ ਇਹ ਦੇਖਦੇ ਹਾਂ ਵੀ ਕੀ ਇਹਨਾਂ ਦੀ ਗੱਲ ਜਿਹੜੀ ਉਹ ਸੁਣੀ ਜਾਵੇਗੀ ਜਾਂ ਨਹੀਂ। ਸੋ ਇੱਕ ਇਹ ਵੀ ਚੀਜ਼ ਕਾਰਨ ਇਹ ਵੀ ਬਣਿਆ ਪਿਆ ਹਰਜੋਤ ਸਿੰਘ ਜੀ, ਖਾਸ ਕਰਕੇ ਜਿਹੜੇ ਮੈਕਸੀਕੋ ਤੋਂ ਬਾਰਡਰ ਟੱਪਣ ਕੇ ਸਾਊਥ ਅਮਰੀਕਨ ਮੂਲ ਦੇ ਲੋਕ ਜਿਹੜੇ ਇਸ ਪਾਸੇ ਵੱਲ ਨੂੰ ਆਉਂਦੇ ਨੇ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਹੀ ਰੱਖਿਆ ਜਾ ਰਿਹਾ ਆ ਵੀ ਉੱਥੇ ਹੀ ਇੰਤਜ਼ਾਰ ਕਰੋ ਜਿੰਨੀ ਦੇਰ ਤੱਕ ਤੁਹਾਡੇ ਅਸਾਈਲਮ ਦਾ ਜਿਹੜੇ ਕੇਸ ਦਾ ਫੈਸਲਾ ਆ ਉਹ ਨਹੀਂ ਆ ਜਾਂਦਾ ਹੈ, ਜਿਨ੍ਹਾਂ ਦੇ ਵਿੱਚ 90% ਤੋਂ ਵੱਧ ਕਹਿੰਦੇ ਲੋਕਾਂ ਦੇ ਜਿਹੜੇ ਕੇਸ ਆ ਉਹਨਾਂ ਨੂੰ ਰਿਜੈਕਟ ਕੀਤਾ ਜਾ ਰਿਹਾ ਆ। ਜੀ ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਸੈਨ ਡੀਗੋ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੂੰ ਜਿਹੜਾ ਸਬੀਨਾ ਕੀਤਾ ਹੈਗਾ ਆ। ਉਹ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਜਿਹੜੇ ਕ੍ਰਿਮੀਨਲ ਲੋਕ ਆ ਉਹ ਸੈਨ ਡੀਗੋ ਦੀ ਸ਼ੈਰਿਫ ਡਿਪਾਰਟਮੈਂਟ ਨੇ ਫੜ ਕੇ ਜਿਹੜੇ ਉਹ ਛੱਡ ਦਿੱਤੇ ਆ ਜਿਹੜੇ ਕਿ ਅਨਡਾਕੂਮੈਂਟਡ ਸੀਗੇ। ਸੋ ਇਹਨੂੰ ਦੇਖ ਕੇ ਜਿਹੜੇ ਸੈਨ ਡੀਗੋ ਫੀਲਡ ਆਫਿਸ ਦੇ ਡਾਇਰੈਕਟਰ ਜਿਹੜੇ ਆਈਸ ਦੇ ਇਨਫੋਰਸਮੈਂਟ ਦੇ ਹੈਗੇ ਆ ਗ੍ਰੈਗਰੀ ਆਰਚਿੰਬੋਲਟ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜਾ ਉਹ ਪੂਰਾ ਡਾਟਾ ਦੇਣਾ ਚਾਹੀਦਾ ਤਾਂ ਕਿ ਜਿਹੜਾ ਆ ਹੋਰ ਕੋਈ ਉਹ ਕਿਸੇ ਤਰ੍ਹਾਂ ਦਾ ਕ੍ਰਾਈਮ ਨਾ ਕਰ ਸਕਣ। ਅਤੇ ਜਿਹਦੇ ਵਿੱਚ ਉਹਨਾਂ ਨੇ ਇੱਕ 40 ਸਾਲਾਂ ਦਾ ਮੈਕਸੀਕਨ ਮੂਲ ਦਾ ਬੰਦੇ ਦਾ ਨਾਮ ਦੱਸਿਆ ਜਿਸ ਨੇ ਚਾਈਲਡ ਅਬਿਊਜ਼ ਕੀਤਾ ਸੀ। ਇੱਕ 42 ਸਾਲਾਂ ਦਾ ਮੈਕਸੀਕਨ ਨੈਸ਼ਨਲ ਜਿਹੜਾ ਫਸਟ ਡਿਗਰੀ ਰੋਬਰੀ ਦੇ ਵਿੱਚ ਇਨਵੋਲਵ ਸੀ। ਇਸੇ ਤਰ੍ਹਾਂ 31 ਸਾਲਾਂ ਦਾ ਮੈਕਸੀਕਨ ਨੈਸ਼ਨਲ ਜਿਹੜਾ ਆਪਣੀ ਵਾਈਫ ਨੂੰ ਕੁੱਟਣ ਦੇ ਚਾਰਜ ਦੇ ਵਿੱਚ ਜਿਹੜਾ ਚਾਰਜ ਕੀਤਾ ਗਿਆ ਸੀ। 28 ਸਾਲਾਂ ਦਾ ਇੱਕ ਹੋਰ ਮੈਕਸੀਕਨ ਨੈਸ਼ਨਲ ਜਿਹੜਾ ਆ ਉਸ ਨੇ ਚਾਈਲਡ ਕਰੂਐਲਟੀ ਅਤੇ ਬੋਡਲੀ ਇੰਜਰੀ ਦੇ ਚਾਰਜ ਦੇ ਵਿੱਚ ਚਾਰਜ ਕੀਤਾ ਸੀ। ਕਹਿੰਦੇ ਵੀ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਅਤੇ ਜੇ ਸੈਨ ਡੀਗੋ ਦੀ ਸ਼ੈਰਿਫ ਡਿਪਾਰਟਮੈਂਟ ਸਾਨੂੰ ਸਬੀਨਾ ਕਰਨ 'ਤੇ ਵੀ ਨਹੀਂ ਇਨਫੋਰਮੇਸ਼ਨ ਦੇਗੀ ਅਤੇ ਫਿਰ ਅਸੀਂ US ਅਟਾਰਨੀ ਦਾ ਜਿਹੜਾ ਆਫਿਸ ਆ ਉਹਦੇ ਤੋਂ ਜਿਹੜਾ ਆਰਡਰ ਲਵਾਂਗੇ। ਜੀ ਜੀ ਅਗਲੀ ਜਿਹੜੀ ਗੱਲ ਕਰਦੀ ਆਪਾਂ ਇਮੀਗ੍ਰੇਸ਼ਨ ਦੇ ਨਾਲ ਹੀ ਇਹ ਪੋਲੀਟਿਕਸ ਨੂੰ ਵੀ ਆਪਾਂ ਜੋੜ ਕੇ ਦੇਖੀਏ ਤਾਂ ਕਹਿੰਦੇ ਵੀ ਜਿਹੜੀ ਡੈਮੋਕ੍ਰੇਟ ਜਿਹੜੀਆਂ ਪ੍ਰਾਇਮਰੀਜ਼ ਜਿਹੜੀਆਂ ਚੱਲ ਰਹੀਆਂ ਇਸ ਦੇ ਵਿੱਚ ਜਿਹੜੀ ਏਮੀ ਕੋਲਬਚਰ ਆ ਉਸ ਨੇ ਹੁਣ ਆਪਣਾ ਜਿਹੜਾ ਨਵਾਡਾ ਦੀ ਕਾਕਸ ਤੋਂ ਪਹਿਲਾਂ ਜਿਹੜਾ ਫੋਕਸ ਆ ਉਹ ਸ਼ਿਫਟ ਕੀਤਾ ਆ ਇਮੀਗ੍ਰੇਸ਼ਨ ਦੇ ਉੱਤੇ। ਲਾਸ ਵੇਗਸ ਦੇ ਵਿੱਚ ਉਹ ਕਹਿੰਦੇ ਕੈਂਪੇਨ ਕਰ ਰਹੀ ਸੀ। 3 ਟਰਮ ਤੋਂ ਮਿਨੇਸੋਟਾ ਦੀ ਜਿਹੜੀ ਸੈਨੇਟਰ ਆ ਉਹ ਚੱਲ ਰਹੀ ਆ ਅਤੇ ਉਹਨੇ ਜਿਹੜਾ ਆ ਇਹ ਹੁਣ ਇਮੀਗ੍ਰੇਸ਼ਨ ਦਾ ਮਸਲਾ ਆ ਉਸ ਨੂੰ ਮੋਹਰੇ ਲਿਆਂਦਾ ਹੈਗਾ ਆ। ਸੋ ਇਸ ਟਾਈਮ 3 ਨੰਬਰ 'ਤੇ ਜਿਹੜੀ ਨਿਊ ਹੈਮਸ਼ਾਇਰ ਦੇ ਵਿੱਚ ਆਈ ਸੀ ਜਿਸ ਦੇ ਵਿੱਚ ਇਸ ਨੂੰ ਡੈਲੀਗੇਟਸ ਅਲਾਟ ਹੋਏ ਸੀਗੇ ਅਤੇ ਹੁਣ 22 ਫਰਵਰੀ ਨੂੰ ਨਵਾਡਾ ਦੀ ਕਾਕਸ ਦੇ ਵਿੱਚ ਉਹ ਕਹਿੰਦੇ ਮੋਮੈਂਟਮ ਦੇ ਨਾਲ ਉਤਰਨਾ ਚਾਹੁੰਦੀ ਆ ਅਤੇ ਹੁਣ ਇਮੀਗ੍ਰੇਸ਼ਨ ਨੂੰ ਉਸਨੇ ਮੋਹਰੇ ਮੁੱਦਾ ਜਿਹੜਾ ਉਹ ਲਿਆਂਦਾ ਹੈ। ਬਰਨੀ ਸੈਂਡਰਸ ਦਾ ਜਿਹੜਾ ਆ ਉਹ ਆਮ ਲੋਕਾਂ ਦੀ ਗੱਲ ਦਾ ਮੁੱਦਾ ਜਿਹੜਾ ਉਹ ਜ਼ਿਆਦਾ ਜਿਹੜਾ ਉਹ ਚੱਲ ਰਿਹਾ ਜਿਹਦੇ ਵਿੱਚ ਮੈਡੀਕੇਅਰ ਫਾਰ ਆਲ ਅਤੇ ਜਿਹੜੇ ਰਿਚ ਬੰਦਿਆਂ ਨੂੰ ਟੈਕਸ ਕਰਨ ਦਾ ਜਿਹੜਾ ਆ ਉਸ ਦੇ ਵਿੱਚ ਮਸਲਾ ਜਿਹੜਾ ਚੱਲ ਰਿਹਾ ਆ। ਬਹੁਤੇ ਲੋਕ ਅਲਟਰਾ ਰਿਚ ਨਹੀਂ ਹੁੰਦੇ ਜਿਨ੍ਹਾਂ ਉੱਤੇ ਉਹ ਟੈਕਸ ਦੀ ਗੱਲ ਕਰ ਰਹੇ, ਪਰ ਲੋਕ ਐਵੇਂ ਡਰੀ ਜਾਂਦੇ ਆ ਵੀ ਸ਼ਾਇਦ ਉਹਨਾਂ ਦਾ ਟੈਕਸ ਜਿਹੜਾ ਉਸ ਦੇ ਵਿੱਚ ਉਹ ਵੱਧ ਜਾਣਾ ਆ। ਉਹ ਮਲਟੀ ਬਿਲੀਅਨਰ ਲੋਕਾਂ ਦੇ ਉੱਤੇ ਟੈਕਸ ਵਧਾਉਣ ਦੀ ਜਿਹੜੀ ਉਹ ਗੱਲ ਕਰ ਰਿਹਾ ਆ। ਵਾਲ ਸਟਰੀਟ ਨੂੰ ਉਹ ਇਸ ਟੈਕਸ ਦੇ ਅੰਡਰ ਜਿਹੜਾ ਲਿਆਉਣ ਦੀ ਕੋਸ਼ਿਸ਼ ਉਸ ਦੀ ਜਿਹੜੀ ਉਹ ਹੈਗੀ ਆ। ਪਰ ਦੇਖਦੇ ਹਾਂ ਵੀ ਪਰ ਓਵਰਆਲ ਜੇ ਵੈਸੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਇਹ ਜਿਹੜੀ ਰਾਈਟ ਨਾਓ ਹਾਲ ਦੀ ਘੜੀ ਡੈਮੋਕ੍ਰੇਟ ਪ੍ਰਾਇਮਰੀਜ਼ ਦੇ ਵਿੱਚੋਂ ਜਿਹੜੇ ਇਮੀਗ੍ਰੇਸ਼ਨ ਦਾ ਮਸਲਾ ਕਿਤੇ ਨਾ ਕਿਤੇ ਜਿਹੜਾ ਅਜੇ ਬੈਕ ਬਰਨਰ ਦੇ ਉੱਤੇ ਹੀ ਨਜ਼ਰ ਆ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਨਵਾਂ ਰੂਲ ਹੈਗਾ ਆ ਉਹ ਫਰਵਰੀ 24 ਤੋਂ ਜਿਹੜਾ ਹੁਣ ਸਟਾਰਟ ਹੋ ਜਾਊਗਾ। ਫਰਵਰੀ 24 ਤੋਂ ਬਹੁਤ ਸਾਰੇ ਜਿਹੜੇ ਫਾਰਮਸ ਹੈਗੇ ਆ ਉਹ ਨਵੇਂ ਜਿਹੜੇ ਆ ਹੁਣ ਉਹ ਤੁਹਾਨੂੰ ਭਰਨੇ ਪੈਣਗੇ। ਜਿਹੜੇ ਪੁਰਾਣੇ ਫਾਰਮਸ ਹੈਗੇ ਆ ਉਹਨਾਂ ਨੂੰ ਐਕਸੈਪਟ ਨਹੀਂ ਕਰਨਗੇ। ਸੋ ਪਲੀਜ਼ ਜਿਨ੍ਹਾਂ ਨੇ ਵੀ ਆਪਣਾ ਕੋਈ ਇਮੀਗ੍ਰੇਸ਼ਨ ਦਾ ਕਿਸੇ ਦਾ ਅਪਲਾਈ ਕਰਨਾ ਹੈਗਾ ਸਾਰੇ ਹੀ ਜਿਹੜੇ ਫਾਰਮ ਰਿਵਾਈਜ਼ਡ ਫਾਰਮ 'ਤੇ ਉਹਨਾਂ ਨੇ ਅਪਡੇਟ ਕੀਤੀ ਹੈਗੀ ਆ ਪਾਲਿਸੀ ਮੈਨੂਅਲ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਫੈਬਰੀ 24 ਤੋਂ। ਸੋ ਆਪਣੇ ਜਿਹੜਾ ਵਕੀਲ ਆ ਉਹਦੇ ਨਾਲ ਜ਼ਰੂਰ ਗੱਲ ਕਰ ਲਿਓ। ਸਿਰਫ ਇੱਕ ਇਲੀਨੋਇਸ ਸਟੇਟ ਨੂੰ ਛੱਡ ਕੇ ਬਾਕੀ ਸਾਰੇ USA ਦੇ ਸਟੇਟ ਦੇ ਵਿੱਚ ਜਿਹੜਾ ਵੀ ਕੋਈ ਇਮੀਗਰੈਂਟ ਹੋਣਾ ਚਾਹੂਗਾ ਉਹਦੇ ਲਈ ਜਿਹੜੇ ਫਾਰਮ ਹੈਗੇ I-29 I-485 ਇਹ ਸਾਰੇ ਜਿਹੜੇ ਆ ਨਵੇਂ ਕੀਤੇ ਗਏ ਹੈਗੇ। ਅਤੇ ਇੱਕ ਜਿਹੜਾ ਨਵਾਂ ਫਾਰਮ ਕ੍ਰੀਏਟ ਕੀਤਾ ਗਿਆ ਹੈਗਾ ਆ I-944 ਜਿਸ ਨੂੰ ਡੈਕਲੇਰੇਸ਼ਨ ਆਫ
ਸੈਲਫ ਸਫੀਸ਼ੀਐਂਸੀ ਕਿਹਾ ਗਿਆ ਹੈ, ਉਹ ਜਿਹੜਾ ਫਾਰਮ ਤੁਹਾਨੂੰ ਭਰਨਾ ਪਊਗਾ ਤਾਂ ਕਿ ਕੋਈ ਇੱਥੇ ਆ ਕੇ ਜਿਹੜਾ ਪਬਲਿਕ ਬੈਨੀਫਿਟ ਨਾ ਲਵੇ। ਜੀ ਸੋ ਬਿਲਕੁਲ ਸੋ ਇਹ ਪਬਲਿਕ ਚਾਰਜ ਜਿਹੜਾ ਮਸਲਾ ਆ ਉਸ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਦੋਂ ਸੁਪਰੀਮ ਕੋਰਟ ਨੇ ਆਖਿਆ ਸੀਗਾ ਵੀ ਜਿੰਨੀ ਦੇਰ ਤੱਕ ਇਸ ਕੇਸ ਦਾ ਜਿਹੜਾ ਫੈਸਲਾ ਅਪੀਲ ਕੋਰਟ ਦੇ ਵਿੱਚੋਂ ਨਹੀਂ ਆ ਜਾਂਦਾ ਉਨੀ ਦੇਰ ਤੱਕ ਇਸ ਕੇਸ ਇਹ ਜਿਹੜਾ ਕਾਨੂੰਨ ਆ ਉਸ ਨੂੰ ਲਾਗੂ ਕੀਤਾ ਜਾਵੇ ਅਤੇ ਤੁਰੰਤ ਕਾਰਵਾਈ ਕਰਦੇ ਹੋਏ USCIS ਨੇ ਆਪਣੇ ਫਾਰਮਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਉਹ ਲਿਆਂਦੀਆਂ ਨੇ ਅਤੇ ਪਬਲਿਕ ਚਾਰਜ ਨੂੰ ਹੁਣ ਇੱਕ ਮੁੱਖ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਵੀਜ਼ਾ ਜਾਂ ਗ੍ਰੀਨ ਕਾਰਡ ਆ ਉਸ ਨੂੰ ਡਿਨਾਈ ਕਰਨ ਦੇ ਵਿੱਚ ਜਿਹੜਾ ਉਹ ਦੇਖਿਆ ਜਾਵੇਗਾ। ਪਹਿਲਾਂ ਵੀ ਆਪਾਂ ਆਪਣੇ ਸਰੋਤਿਆਂ ਨੂੰ ਲਗਾਤਾਰ ਦੱਸਦੇ ਰਹੇ ਹਾਂ ਵੀ ਇਹ ਚੇਂਜਸ ਜਿਹੜੇ ਉਹ ਆ ਰਹੇ ਨੇ ਅਤੇ ਹੁਣ ਐਕਚੁਅਲੀ ਆਪਣੇ ਸਾਹਮਣੇ ਉਹ ਆ ਚੁੱਕੇ ਨੇ ਅਤੇ ਬਸ ਹੁਣ ਤੋਂ ਕਹਿ ਲਓ ਵੀ ਇੱਕ ਹਫ਼ਤੇ ਬਾਅਦ ਇਹ ਜਿਹੜੇ ਨਵੇਂ ਚੇਂਜਸ ਆ ਉਹ ਸਾਰੀ ਜਗ੍ਹਾ ਲਾਗੂ ਹੋ ਜਾਣਗੇ ਇਲੀਨੋਇਸ ਦੇ ਸੂਬੇ ਨੂੰ ਉਹ ਛੱਡ ਕੇ। ਸੋ ਇਹ ਇਸ ਦੇ ਲਈ ਜਿਹੜਾ ਵਿਸ਼ੇਸ਼ ਜਿਹੜੇ ਆਪਣੇ ਇਮੀਗ੍ਰੇਸ਼ਨ ਦੇ ਤੁਹਾਡੇ ਵਕੀਲ ਹੈਗੇ ਆ ਉਹਨਾਂ ਦੇ ਨਾਲ ਜ਼ਰੂਰ ਤੁਸੀਂ ਗੱਲਬਾਤ ਜਿਹੜੀ ਉਹ ਕਰ ਲਓ। ਉਹਨਾਂ ਨੂੰ ਜਿਹੜਾ ਕੇਸ ਜਿੱਦਾਂ ਦਾ ਵੀ ਤੁਹਾਡਾ ਹੈਗਾ ਜਿਹੜੇ ਵੀ ਸਰਕਮਸਟਾਂਸ ਆ, ਜੇ ਕੋਈ ਪਬਲਿਕ ਸੁਵਿਧਾ ਤੁਸੀਂ ਜਿਹੜੀ ਯੂਜ਼ ਕੀਤੀ ਆ, ਜਿਹੜੇ ਵੱਖ-ਵੱਖ ਪ੍ਰੋਗਰਾਮ ਇਸ ਪਬਲਿਕ ਚਾਰਜ ਦੇ ਅਧੀਨ ਆਉਂਦੇ ਆ ਤਾਂ ਉਹਨਾਂ ਦੇ ਬਾਰੇ ਜ਼ਰੂਰ ਪਤਾ ਕਰ ਲਓ। ਕਈ ਵਾਰੀ ਬੱਚਿਆਂ ਦਾ ਤੁਹਾਡਾ ਸਵਾਲ ਹੁੰਦਾ ਹੈ, ਕਈ ਵਾਰੀ ਬਜ਼ੁਰਗਾਂ ਦਾ ਲੈ ਕੇ ਤੁਹਾਡਾ ਸਵਾਲ ਹੁੰਦਾ, ਜ਼ਰੂਰ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਵਕੀਲ ਤੋਂ ਜਿਹੜਾ ਉਹ ਪੁੱਛ ਲਓ। ਜੇ ਨਹੀਂ ਤੁਹਾਡਾ ਵਕੀਲ ਫੋਨ ਚੱਕ ਰਿਹਾ ਤਾਂ ਕਿਸੇ ਹੋਰ ਨੂੰ ਭਾਈ ਕਾਲ ਕਰਕੇ ਜਿਹੜਾ ਆ ਉਹ ਤੁਸੀਂ ਜਿਹੜਾ ਕਨਫਰਮ ਜਿਹੜਾ ਉਹ ਕਰੋ ਤਾਂ ਜੋ ਇਸ ਦੇ ਬਾਬਤ ਜਿਹੜਾ ਉਹ ਪਤਾ ਲੱਗ ਸਕੇ। ਤਾਂ ਸੋ ਇਹ ਬਹੁਤ ਜਿਹੜਾ ਜ਼ਰੂਰੀ ਆ ਕਿਉਂਕਿ ਇੱਕ ਗਲਤੀ ਦੇ ਨਾਲ ਤੁਹਾਡਾ ਜਿਹੜਾ ਇੱਥੇ ਭਵਿੱਖ ਆ ਉਹ ਖਤਰੇ ਦੇ ਵਿੱਚ ਜਿਹੜਾ ਉਹ ਪੈ ਸਕਦਾ ਹੈਗਾ ਆ। ਜੀ ਇਸੇ ਤਰ੍ਹਾਂ ਜੇ ਆਪਾਂ ਇਮੀਗ੍ਰੇਸ਼ਨ ਨੂੰ ਲੈ ਕੇ ਗੱਲ ਕਰੀਏ, ਬ੍ਰੈਕਸਿਟ ਹੁਣੇ ਹੀ ਹੋਇਆ ਹੈਗਾ ਆ ਅਤੇ ਬ੍ਰਿਟੇਨ ਦੇ ਵਿੱਚ ਹੁਣ ਕਹਿੰਦੇ ਪਈ ਕਿਉਂਕਿ ਇੰਨੀਆਂ ਵੱਡੀਆਂ ਜਿਹੜੀਆਂ ਲਾਈਨਾਂ ਜਿਹੜੀਆਂ ਉੱਥੇ ਦੇ ਏਅਰਪੋਰਟ 'ਤੇ ਲੱਗ ਰਹੀਆਂ ਹੈਗੀਆਂ ਚੈਕਿੰਗ ਦੇ ਲਈ, ਅਤੇ ਲੋਕ ਜਿਹੜੇ ਆ ਬਹੁਤ ਅਪਸੈਟ ਹੋਏ ਹੈਗੇ ਆ। ਇੱਕ ਇੱਦਾਂ ਹੀ ਇੱਕ ਜਿਹੜੀ ਹੈਗੀ ਆ YouTube ਜਿਹੜੀ ਆ ਬਹੁਤ ਵਾਇਰਲ ਹੋਈ ਆ, ਜਿਹਦੇ ਵਿੱਚ ਇੱਕ ਬੰਦੇ ਨੂੰ ਕਹਿੰਦੇ ਵੀ ਘੰਟੇ ਤੋਂ ਵੱਧ ਜਿਹੜਾ ਉੱਥੇ ਵੇਟ ਕਰਨੀ ਪਈ। ਉਹ ਕਹਿੰਦਾ ਵੀ ਮੈਂ ਇਸ ਕਰਕੇ ਨਹੀਂ ਜਿਹੜਾ ਬ੍ਰੈਕਸਿਟ ਦੀ ਸਪੋਰਟ ਕੀਤੀ ਸੀ ਵੀ ਮੈਨੂੰ ਇੰਨਾ ਜ਼ਿਆਦਾ ਜਿਹੜਾ ਆ ਵੇਟ ਕਰਨੀ ਪਊਗੀ ਇਸ ਲਾਈਨ ਦੇ ਵਿੱਚ। ਪਤਾ ਨਹੀਂ ਕਿਹੜੀ ਦੁਨੀਆ ਦੇ ਵਿੱਚ ਰਹਿੰਦੇ ਨੇ ਲੋਕ, ਇਹ ਸੋਚਦੇ ਆ ਵੀ ਕੋਈ ਵੀ ਚੀਜ਼ ਕਰ ਦਿਓ ਅਤੇ ਸ਼ਾਇਦ ਉਸ ਦਾ ਕੋਈ ਅਸਰ ਉਹਨਾਂ ਦੀ ਸਿਹਤ ਉੱਤੇ ਜਿਹੜਾ ਉਹ ਨਹੀਂ ਹੋਣਾ। ਭਾਈ ਹੁਣ ਤੁਸੀਂ ਇੱਕ ਵੱਖਰੇ ਮੁਲਕ ਜਿਹੜਾ ਬਣ ਚੁੱਕੇ, ਯੂਰਪੀਅਨ ਸੰਘ ਦੇ ਵਿੱਚ ਨਹੀਂ ਹੋ। ਸੋ ਇਮੀਗ੍ਰੇਸ਼ਨ ਤਾਂ ਜਦੋਂ ਜਾਣਾ ਆ ਅਤੇ ਜਦੋਂ ਆਉਣਾ ਹੈ ਕਿਸੇ ਵੀ ਥਾਂ ਦੇ ਉੱਤੇ ਯੂਰਪ ਦੇ ਵਿੱਚ ਉਹ ਤੁਹਾਡੀ ਹੋਣੀ ਆ। ਕਾਰਨ ਯੂਰਪੀਅਨ ਸੰਘ ਬਣਾਉਣ ਦਾ ਉਹਨਾਂ ਦਾ ਇਹੀ ਸੀਗਾ ਵੀ ਇੱਕ ਸਾਰੇ ਮੁਲਕਾਂ ਨੂੰ ਜੋੜ ਕੇ ਇੱਕ ਵੱਡਾ ਮੁਲਕ ਇੱਕ ਹਿਸਾਬ ਦੇ ਨਾਲ ਜਿਹੜਾ ਹੋਵੇ, ਜਿਸ ਦੇ ਵਿੱਚ ਲੋਕਾਂ ਦਾ ਫ੍ਰੀ ਆਉਣਾ ਜਾਣਾ ਇੱਕ ਹਿਸਾਬ ਦੇ ਨਾਲ ਹੋਵੇ, ਫ੍ਰੀ ਟਾਈਮ ਵੇਸਟ ਜਿਹੜਾ ਨਾ ਹੋਵੇ, ਰੋਮ ਜਿਹੜਾ ਉਹ ਤੁਸੀਂ ਕਰ ਸਕੋ। ਪਰ ਹੁਣ ਇਸ ਚੀਜ਼ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਆ ਉਹ ਬੰਦਿਸ਼ਾਂ ਜਿਹੜੀਆਂ ਉਹ ਲੱਗ ਚੁੱਕੀਆਂ ਨੇ। ਬਹੁਤ ਸਾਰੇ ਲੋਕ ਜਿਹੜੇ ਉਹ ਆਖਦੇ ਨੇ, ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜੇ ਪਾਊਂਡ ਆ ਉਹਨਾਂ ਦੇ ਵੇਸਟ ਹੁੰਦੇ ਆ ਯੂਰਪੀਅਨ ਸੰਘ ਦੇ ਵਿੱਚ ਜਿਹੜੇ ਜਾਣ ਦੇ ਵਿੱਚ। ਕਹਿੰਦੇ 50 ਸਾਲਾਂ ਦੇ ਵਿੱਚ ਉਹਨਾਂ ਇੰਗਲੈਂਡ ਨੇ ਓਵਰਆਲ ਖਰਚਾ ਨਹੀਂ ਕੀਤਾ ਜਿੰਨਾ ਉਹਨਾਂ ਦਾ ਸਿਰਫ ਬ੍ਰੈਕਸਿਟ ਕਰਨ ਦੇ ਉੱਤੇ ਜਿਹੜਾ ਉਹ ਪੂਰਾ 50 ਸਾਲਾਂ ਜਿੰਨਾ ਜਿਹੜਾ ਉਹ ਲੱਗਣਾ ਆ। ਸੋ ਜੇ ਉਹ ਨਾ ਕਰਦੇ ਤਾਂ ਅਗਲੇ 50 ਸਾਲ ਆਸਾਨੀ ਦੇ ਨਾਲ ਯੂਰਪੀਅਨ ਸੰਘ ਦੇ ਵਿੱਚ ਉਹਨੇ ਖਰਚੇ ਦੇ ਨਾਲ ਜਿਹੜੇ ਉਹ ਲੰਘ ਸਕਦੇ ਸੀਗੇ। ਪਰ ਉਹ ਕਹਿੰਦੇ ਸੀ ਵੀ ਸਾਡੇ ਰੀਸੋਰਸਿਸ ਦੀ ਜਿਹੜੀ ਦੁਰਵਰਤੋਂ ਲਗਾਤਾਰ ਜਿਹੜੀ ਹੋ ਰਹੀ ਆ, ਸੋ ਇਸ ਲਈ ਜਿਹੜਾ ਉਹਨਾਂ ਨੇ ਇਹ ਸਖਤ ਫੈਸਲਾ ਜਿਹੜਾ ਲਿਆ ਆ। ਬੜੇ ਹੀ ਛੋਟੇ ਜਿਹੇ ਮਾਰਜਨ ਤੋਂ ਉੱਦਾਂ ਹਰਜੋਤ ਸਿੰਘ ਜੀ ਬ੍ਰੈਕਸਿਟ ਜਿਹੜਾ ਉਹ ਹੋਇਆ ਸੀ 1-2% ਦਾ ਹੀ ਜਿਹੜਾ ਉਹ ਫਰਕ ਸੀਗਾ। ਦੋਨਾਂ ਹੀ ਧਿਰਾਂ ਦਾ ਬਹੁਤ ਵੱਡਾ ਜਿਹੜਾ ਜ਼ੋਰ ਲੱਗਾ ਸੀਗਾ, ਪਰ ਇਨ ਦੀ ਐਂਡ ਜਿਹੜੇ ਲੋਕ ਬ੍ਰੈਕਸਿਟ ਚਾਹੁੰਦੇ ਸੀ ਉਹਨਾਂ ਦੀ ਜਿੱਤ ਹੋਈ ਅਤੇ ਫਿਰ 2-2.5 ਸਾਲ ਦੇ ਜਿਹੜੇ ਆ ਕਹਿ ਲਓ ਵੀ ਖਿੱਚ ਕੇ ਮਸਾਂ ਹੀ ਘਸੀਟ ਕੇ ਜਿਹੜਾ ਆ ਇਹ ਬ੍ਰੈਕਸਿਟ ਆ ਹੁਣ ਕੀਤਾ ਗਿਆ ਹੈਗਾ ਆ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਕੋਲੋਰਾਡੋ ਤੋਂ ਜਿਹੜੀ ਉਹ ਆ ਰਹੀ ਆ, ਅਕਸਰ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਜਿਹੜੀ ਪੋਲੀਟੀਕਲ ਕਰੈਕਟਨੈਸ ਆ ਉਹ ਬਹੁਤ ਜਿਹੜੀ ਉਹ ਜ਼ਿਆਦਾ ਆ, ਕਿਹਨੂੰ ਕਿਹੜੇ ਸ਼ਬਦ ਨਾਲ ਬੁਲਾਉਣਾ ਆ, ਕਿੱਦਾਂ ਜਿਹੜਾ ਉਹ ਆਖਣਾ ਆ, ਉਸ ਨੂੰ ਲੈ ਕੇ ਹਮੇਸ਼ਾ ਹੀ ਜਿਹੜੀ ਚਰਚਾ ਆ ਉਹ ਹੁੰਦੀ ਰਹਿੰਦੀ ਆ। ਆਪਾਂ ਦੇਖਿਆ ਗਿਆ ਸੀਗਾ ਵੀ ਅੱਜ ਤੋਂ ਆਈ ਥਿੰਕ ਜਿਹੜਾ ਹਰਜੋਤ ਸਿੰਘ ਜੀ 1-2 ਸਾਲ ਪਹਿਲਾਂ ਜਿੱਥੇ ਇਲੀਗਲ ਏਲੀਅਨ ਸ਼ਬਦ ਵਰਤਿਆ ਜਾਂਦਾ ਸੀਗਾ ਉਹਦੀ ਥਾਂ ਦੇ ਉੱਤੇ ਇਹ ਕਿਹਾ ਗਿਆ ਸੀਗਾ ਵੀ ਆਪਾਂ ਸਾਰਿਆਂ ਨੂੰ ਹੁਣ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਆ ਉਸ ਦੇ ਨਾਮ ਦੇ ਨਾਲ ਜਿਹੜਾ ਉਹ ਬੁਲਾਇਆ ਕਰਨਾ ਆ। ਕਈ ਥਾਵਾਂ ਦੇ ਉੱਤੇ ਨਿਊਯਾਰਕ ਸਿਟੀ, ਕੈਲੀਫੋਰਨੀਆ ਜਿਹੜੀ ਆ ਇਹਨਾਂ ਨੇ ਆਲਰੇਡੀ ਇਹ ਜਿਹੜਾ ਸ਼ਬਦ ਆ ਉਹ ਵਰਤਣ ਦੇ ਲਈ ਆਖਿਆ। ਅਤੇ ਹੁਣ ਕੋਲੋਰਾਡੋ ਦੇ ਵਿੱਚ ਵੀ ਉਹਨਾਂ ਦੇ ਉੱਥੇ ਇੱਕ ਲਾਅ ਮੇਕਰ ਆ, ਉਹਨਾਂ ਨੇ ਪ੍ਰਪੋਜ਼ਲ ਲਿਆਂਦਾ ਆ
ਵੀ ਇਹਨਾਂ ਸਿਟੀਜ਼ ਤੇ ਇਹਨਾਂ ਜਿਹੜੇ ਸੂਬੇ ਦੀ ਤਰਜ਼ ਦੇ ਉੱਤੇ ਇੱਥੇ ਵੀ ਜਿਹੜਾ ਇਲੀਗਲ ਏਲੀਅਨ ਦੀ ਥਾਂ ਦੇ ਉੱਤੇ ਅਨਡਾਕੂਮੈਂਟਡ ਇਮੀਗਰੈਂਟ ਆ ਉਹ ਜਿਹੜਾ ਸ਼ਬਦ ਆ ਉਹ ਵਰਤਿਆ ਜਾਵੇ। ਸੋ ਕਈ ਵਾਰੀ ਅਜਿਹੇ ਜਿਹੜੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਅੱਜ ਕੱਲ੍ਹ ਦਾ, ਕਿਉਂਕਿ ਔਨਲਾਈਨ ਦਾ ਜਿਹੜਾ ਯੁੱਗ ਆ, ਇੱਥੇ ਲੋਕ ਬੜੀ ਜਲਦੀ ਗੁੱਸਾ ਵੀ ਕਈ ਵਾਰੀ ਕਰ ਜਾਂਦੇ ਨੇ ਅਤੇ ਕਈ ਵਾਰੀ ਚੰਗੀਆਂ ਚੀਜ਼ਾਂ ਵੀ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ ਨੇ, ਅਤੇ ਕਈ ਵਾਰੀ ਇੱਦਾਂ ਦੀਆਂ ਜਿਹੜੇ ਚੀਜ਼ਾਂ ਆ ਉਹ ਇੱਕ ਪੋਲੀਟੀਕਲ ਸਟੇਟਮੈਂਟ ਦੇ ਵਜੋਂ ਵੀ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਨੇ। ਸੋ ਹੁਣ ਦੇਖਦੇ ਹਾਂ ਵੀ ਕਲੋਰਾਡੋ ਦੇ ਹਾਊਸ ਦੇ ਵਿੱਚ ਇਹ ਜਿਹੜਾ ਬਿੱਲ ਆ ਉਹ ਪਾਸ ਹੁੰਦਾ ਆ ਜਾਂ ਨਹੀਂ। ਸੋ ਜਿਹੜੇ ਰਿਪਰੈਜ਼ੈਂਟੇਟਿਵ ਸੂਜ਼ਨ ਜਿਹੜੇ ਹੈਗੇ ਨੇ ਉਹਨਾਂ ਦੇ ਦੁਆਰਾ ਇਹ ਜਿਹੜਾ ਬਿੱਲ ਲਿਆਂਦਾ ਜਾ ਰਿਹਾ, ਜਿਸ ਦੇ ਵਿੱਚ ਇਲੀਗਲ ਏਲੀਅਨ ਟਰਮ ਆ ਉਸ ਨੂੰ ਉੱਥੇ ਅਨਡਾਕੂਮੈਂਟਡ ਇਮੀਗਰੈਂਟ ਦੇ ਨਾਲ ਉੱਥੇ ਤਬਦੀਲ ਕਰਨਾ ਚਾਹ ਰਹੇ ਨੇ ਜੀ। ਅਗਲੀ ਖਬਰ ਜਿਹੜੀ ਆ ਉਹ ਇਰਾਨੀਅਨ ਮੂਲ ਦੇ ਲੋਕਾਂ ਨੂੰ ਜਨਵਰੀ ਦੇ ਵਿੱਚ ਜਨਵਰੀ 5 ਤੇ 6 ਦੇ ਦੌਰਾਨ ਜਿਹੜਾ ਅਰੈਸਟ ਕੀਤਾ ਗਿਆ ਸੀ ਜਾਂ ਉਹਨਾਂ ਨੂੰ ਬਹੁਤ ਜ਼ਿਆਦਾ ਹਰਾਸ ਕੀਤਾ ਗਿਆ ਸੀ, ਖਾਸ ਕਰਕੇ ਜਿਹੜੇ ਕੈਨੇਡੀਅਨ ਬਾਰਡਰ ਤੋਂ US ਬਾਰਡਰ ਵੱਲ ਆਉਂਦੀ ਸੀ। ਹੁਣ ਉਹਦੇ ਸੰਬੰਧ ਦੇ ਵਿੱਚ US ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਦੇ ਜਿਹੜੇ ਹੈੱਡ ਆ ਉਹਨਾਂ ਨੇ ਇਹ ਕਿਹਾ ਵੀ ਹਾਂ ਮੇਰੇ ਜਿਹੜੇ ਆਫੀਸਰਸ ਆ ਉਹਨਾਂ ਤੋਂ ਥੋੜ੍ਹੀ ਗਲਤੀ ਹੋਈ ਆ, ਉਹ ਥੋੜ੍ਹੇ ਓਵਰ ਜੈਲਸ ਹੋ ਗਏ ਸੀ, ਖਾਸ ਕਰਕੇ ਇਰਾਨੀਅਨ ਨੈਸ਼ਨਲ ਦੇ ਮਾਮਲੇ ਦੇ ਵਿੱਚ 200 ਤੋਂ ਵੱਧ ਇਰਾਨੀਅਨ ਮੂਲ ਦੇ ਲੋਕ, ਈਵਨ ਦੋ ਕਈ ਉਹਨਾਂ 'ਚ US ਬੋਰਨ ਵੀ ਸੀ, ਉਹਨਾਂ ਨੂੰ ਕਹਿੰਦੇ ਪਏ 12-12 ਘੰਟੇ ਜਿਹੜਾ ਆ ਡਿਟੇਨ ਕੀਤਾ ਗਿਆ ਸੀ। ਇਹ ਉਹੀ ਸਮਾਂ ਆ ਜਿਸ ਦੌਰਾਨ US ਨੇ ਜਿਹੜੀ ਮਿਜ਼ਾਈਲ ਦਾ ਅਟੈਕ ਕਰਕੇ ਜਿਹੜਾ ਉੱਥੇ ਦਾ ਇੱਕ ਜਨਰਲ ਆ ਸੁਲੇਮਾਨੀ ਉਸ ਨੂੰ ਮਾਰਿਆ ਸੀ। ਜੀ, ਸੋ ਹਰਜੋਤ ਸਿੰਘ ਜੀ ਉਸ ਦੇ ਉੱਤੇ ਜੇ ਅਪਡੇਟ ਕਰਦੇ ਜਾਈਏ, ਵਾਈਟ ਹਾਊਸ ਨੇ ਕੱਲ੍ਹ ਕੁਛ ਦਸਤਾਵੇਜ਼ ਜਿਹੜੇ ਇਸ ਦੇ ਸੰਬੰਧਿਤ ਜਾਰੀ ਕੀਤੇ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜਿਹੜੇ ਉਹਨਾਂ ਬਿਆਨਾਂ ਨੂੰ ਉਹ ਕੰਟਰਾਡਿਕਟ ਜਿਹੜੇ ਉਹ ਕਰ ਰਹੇ ਨੇ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦਾ ਜਿੰਨੇ ਵੀ ਸਾਥੀ ਆ ਸਾਰੇ ਜਗ੍ਹਾ ਇਹ ਕਹਿ ਰਹੇ ਸੀਗੇ ਵੀ ਅਮਰੀਕਾ ਨੂੰ ਇਮੀਨੈਂਟ ਜਿਹੜਾ ਡੇਂਜਰ ਸੀਗਾ ਸੁਲੇਮਾਨੀ ਤੋਂ, ਕਿਉਂਕਿ ਉਹ ਲੋਕਾਂ ਨੂੰ ਅਮਰੀਕਾ ਦੀਆਂ ਜਿਹੜੀਆਂ ਅੰਬੈਸੀਆਂ ਦੇ ਖਿਲਾਫ ਭੜਕਾ ਰਿਹਾ ਸੀਗਾ। ਅਤੇ ਰਾਸ਼ਟਰਪਤੀ ਟਰੰਪ ਨੇ ਤਾਂ ਇੱਥੋਂ ਤੱਕ ਵੀ ਇਹ ਦਾਅਵਾ ਕੀਤਾ ਸੀਗਾ ਵੀ 4 ਅਮਰੀਕਾ ਦੀਆਂ ਅੰਬੈਸੀਆਂ ਨੂੰ ਜਿਹੜਾ ਇਸ ਤੋਂ ਖਤਰਾ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਉਹਨਾਂ ਦੇ ਹੀ ਇੱਕ ਕੈਬਨਿਟ ਮਿਨਿਸਟਰ ਨੇ ਜਿਹੜਾ ਉਹ ਨਕਾਰ ਦਿੱਤਾ ਸੀਗਾ। ਅਤੇ ਕੱਲ੍ਹ ਜਿਹੜੇ ਪੇਸ਼ ਹੋਏ ਵਾਈਟ ਹਾਊਸ ਦੇ ਦਸਤਾਵੇਜ਼ਾਂ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ, ਅਤੇ ਉਹਦੇ ਵਿੱਚ ਵੀ ਉਹ ਇਸੇ ਗੱਲ ਦੀ ਹੀ ਪੁਸ਼ਟੀ ਉਹ ਕਰ ਰਹੇ ਨੇ ਵੀ ਕਿਸੇ ਤਰੀਕੇ ਦਾ ਉਸ ਸੁਲੇਮਾਨੀ ਤੋਂ ਇਮੀਨੈਂਟ ਡੇਂਜਰ ਜਿਹੜਾ ਉਹ ਨਹੀਂ ਸੀਗਾ। ਨੋ ਡਾਊਟ ਜਿਹੜਾ ਸੁਲੇਮਾਨੀ ਆ ਉਹ ਅਮਰੀਕਾ ਦੇ ਖਿਲਾਫ ਹਮੇਸ਼ਾ ਜਿਹੜਾ ਕੋਈ ਨਾ ਕੋਈ ਵਿਉਂਤਬੰਦੀ ਜਿਹੜਾ ਉਹ ਹਮੇਸ਼ਾ ਘੜ ਰਿਹਾ ਸੀਗਾ। ਮਸਲਾ ਇਸੇ ਕਰਕੇ ਹਰਜੋਤ ਸਿੰਘ ਜੀ ਉਦੋਂ ਜ਼ਿਆਦਾ ਜਿਹੜਾ ਹੋਇਆ ਸੀਗਾ, ਚਰਚਾ ਦਾ ਵਿਸ਼ਾ ਜ਼ਿਆਦਾ ਬਣਿਆ ਸੀਗਾ। ਕਾਂਗਰਸ ਇਸ ਗੱਲੋਂ ਦੁਖੀ ਸੀਗੀ, ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਵੀ ਸਾਨੂੰ ਜਿਹੜਾ ਆ ਕਾਂਗਰਸ ਤੋਂ ਅਪਰੂਵਲ ਜਿਹੜਾ ਉਹ ਨਹੀਂ ਲਿਆ ਗਿਆ ਸੀਗਾ ਇਰਾਨ ਦੇ ਵਿੱਚ ਇਸ ਤਰੀਕੇ ਦੇ ਨਾਲ, ਇਰਾਕ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜਾ ਸੁਲੇਮਾਨੀ ਨੂੰ ਉੱਤੇ ਡਰੋਨ ਹਮਲਾ ਕਰਨ ਦੇ ਲਈ। ਇਸੇ ਦੇ ਨਾਲ ਹੀ ਜੇ ਜੁੜੀ ਹੋਰ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ ਜਿਹੜੇ US ਸੈਨੇਟ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਜੇ ਕਹਿ ਲਓ ਵੀ ਉਹਨਾਂ ਦੇ ਹੱਥਾਂ ਨੂੰ ਥੋੜ੍ਹੀ ਜਿਹੀ ਉੱਤੇ ਬੰਨ੍ਹ ਜਿਹੜੀ ਉਹਨਾਂ ਨੇ ਉਹ ਲਾਈ ਆ ਵੀ ਇਰਾਨ ਦੇ ਉੱਤੇ ਬਗੈਰ ਕਾਂਗਰਸ ਦੇ ਅਪਰੂਵਲ ਤੋਂ ਕਿਸੇ ਤਰੀਕੇ ਦਾ ਉਹ ਹਮਲਾ ਜਿਹੜਾ ਉਹ ਨਹੀਂ ਕਰ ਸਕਦੇ। ਅਤੇ ਉਹਨਾਂ ਦੀਆਂ ਇੱਕ ਹਿਸਾਬ ਦੇ ਨਾਲ ਫੌਜੀ ਜਿਹੜੀ ਸ਼ਕਤੀ ਆ ਉਸ ਦੇ ਵਿੱਚ ਉਹਨਾਂ ਨੇ ਸੈਨੇਟਰਸ ਨੇ ਕਟੌਤੀ ਕੀਤੀ ਆ। ਅਤੇ ਜਿਹੜੇ ਕੁਛ ਕੁ ਜਿਹੜੇ GOP ਦੇ ਸੈਨੇਟਰਸ ਆ ਉਹਨਾਂ ਨੇ ਵੀ ਰਾਸ਼ਟਰਪਤੀ ਟਰੰਪ ਦੇ ਇਹਨਾਂ ਅਧਿਕਾਰਾਂ ਦੇ ਉੱਤੇ ਥੋੜ੍ਹਾ ਬੰਨ੍ਹ ਲਾਉਣ ਦੇ ਲਈ ਡੈਮੋਕ੍ਰੇਟਸ ਦਾ ਇਸ ਦੇ ਵਿੱਚ ਸਾਥ ਦਿੱਤਾ ਹੈਗਾ ਆ। ਸੋ ਆਪਾਂ ਜਿਹੜੀ ਆ ਵੀਜ਼ਾ ਬੁਲੇਟਿਨ ਵੀ ਡਿਸਕਸ ਕਰਨੀ ਆ, ਉਹ ਤੋਂ ਪਹਿਲਾਂ ਇੱਕ ਜ਼ਰੂਰ ਖਬਰ ਮੈਂ ਸਾਂਝੀ ਕਰਨਾ, ਖਾਸ ਕਰਕੇ ਇੱਕ ਬਿੱਲ ਜਿਹੜਾ ਕਹਿੰਦਾ ਰਿਪਬਲਿਕਨਸ ਵੱਲੋਂ ਇੰਟਰੋਡਿਊਸ ਕੀਤਾ ਗਿਆ ਆ, ਜਿਹਦੇ ਮੁਤਾਬਕ ਜਿਹੜੀਆਂ ਸਟੇਟਸ USA ਦੇ ਵਿੱਚ ਅਨਡਾਕੂਮੈਂਟਡ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਦਿੰਦੀਆਂ ਆ, ਉਹਨਾਂ ਦੀ ਜਿਹੜੀ ਫੰਡਿੰਗ ਆ ਉਸ ਨੂੰ ਜਿਹੜਾ ਆ ਕੱਟ ਕੀਤਾ ਜਾਵੇ। ਦ ਸਟਾਪ ਗ੍ਰੀਨ ਲਾਈਟਿੰਗ ਡਰਾਈਵਿੰਗ ਲਾਇਸੈਂਸਿਸ ਫॉर ਇਲੀਗਲ ਇਮੀਗਰੈਂਟ ਐਕਟ ਜਿਹੜਾ ਇਹ ਇਸ ਨੂੰ ਐਡਵਰਡ ਬ੍ਰਾਇਨ ਮੈਮੋਰੀਅਲ ਜਸਟਿਸ ਅਸਿਸਟੈਂਟ ਗ੍ਰਾਂਟ ਜਿਹੜੀ ਆ ਇੱਕ ਉਹ ਬੰਦ ਕਰਨ ਦੀ ਗੱਲ ਕੀਤੀ ਗਈ ਹੈਗੀ ਆ। ਇਹ ਜਿਹੜਾ ਬਿੱਲ ਆ ਇਹਦੇ ਵਿੱਚ ਜਿਹੜੇ ਲਿਆਉਣ ਵਾਲੇ ਹੈਗੇ ਆ ਮਾਰਸ਼ਾ ਬਲੈਕਬਰਨ ਟੈਨਸੀ ਤੋਂ ਹੈਗੇ ਆ, ਕੋ ਸਪਾਂਸਰਡ ਕੀਤਾ ਗਿਆ ਟੌਮ ਕਾਟਨ ਅਰਕਾਨਸਾ ਤੋਂ, ਕੈਬਨ ਕ੍ਰੈਮਰ, ਸ਼ੈਲੀ ਮੂਰ, ਇਸੇ ਤਰ੍ਹਾਂ ਕੈਲੀ ਲੋਫਲਰ, ਜੋਨੀ ਅਰਨਸਟ, ਮਾਈਕ ਰਾਉਂਡਸ, ਇਹ ਜਿਹੜੇ ਰਿਪਰੈਜ਼ੈਂਟੇਟਿਵ ਹੈਗੇ ਆ ਇਹਨਾਂ ਵੱਲੋਂ ਕੋ ਸਪਾਂਸਰ ਕੀਤਾ ਗਿਆ ਹੈਗਾ। ਲਗਭਗ 21 ਦੇ ਕਰੀਬ ਇਹਦੇ ਵਿੱਚ ਮੈਂਬਰ ਹੈਗੇ ਆ। ਸੋ ਸਾਰਿਆਂ ਨੂੰ ਪਤਾ ਵੀ ਪਹਿਲਾਂ ਕੈਲੀਫੋਰਨੀਆ 'ਚ ਅਨਡਾਕੂਮੈਂਟ ਲੋਕਾਂ ਨੂੰ
ਲਾਇਸੈਂਸ ਦਿੱਤੇ ਗਏ ਸੀ। ਫਿਰ ਨਿਊਯਾਰਕ, ਨਿਊ ਜਰਸੀ, ਹੁਣ ਹੋਰ ਸਟੇਟਾਂ ਵੀ ਜਿਹੜੀਆਂ, ਈਵਨ ਵਾਸ਼ਿੰਗਟਨ ਵੀ ਕਹਿ ਰਹੀ ਆ, ਟੈਨਸੀ ਵਾਲੇ ਜਿਹੜੇ ਕਹਿ ਰਹੇ ਆ। ਅਤੇ ਸੋ ਉਸ ਨੂੰ ਲੈ ਕੇ ਜਿਹੜਾ ਹੁਣ ਇਹ ਬਿੱਲ ਲਿਆਂਦਾ ਗਿਆ ਤਾਂ ਕਿ ਜਿਹੜੀ ਆ ਉਹਨਾਂ ਸਟੇਟਾਂ ਨੂੰ ਜਿਹੜੀ ਫੰਡਿੰਗ ਆ ਉਹ ਘੱਟ ਕਰ ਦਿੱਤੀ ਜਾਵੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਸੈਂਸਸ ਦੀ ਇੱਕ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਖਦਸ਼ਾ ਪ੍ਰਗਟ ਕੀਤਾ ਗਿਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਸਟੈਡੀ ਇਮੀਗ੍ਰੇਸ਼ਨ ਅਮਰੀਕਾ ਦੇ ਵਿੱਚ ਚੱਲ ਰਹੀ ਆ, ਕਹਿੰਦੇ ਵੀ ਜੇ ਸਟੈਡੀ ਇਮੀਗ੍ਰੇਸ਼ਨ ਇਹ ਰੁਕ ਜਾਵੇ, ਜਿਸ ਤਰੀਕੇ ਦੇ ਨਾਲ ਮੌਜੂਦਾ ਪ੍ਰਸ਼ਾਸਨ ਦੀ ਜਿਹੜੀ ਉਹ ਟਰਾਈ ਉਹ ਹੈਗੀ ਆ, ਕਹਿੰਦੇ ਵੀ US ਦੀ ਪਾਪੂਲੇਸ਼ਨ ਬੜੀ ਤੇਜ਼ੀ ਦੇ ਨਾਲ ਉਹ ਡਿਕਲਾਈਨ ਹੋ ਸਕਦੀ ਆ। ਸੈਂਸਸ ਇਸ ਸਾਲ ਦੇ ਵਿੱਚ ਜਿਹੜਾ ਉਹ ਹੋਣ ਜਾ ਰਿਹਾ ਆ। ਸੋ ਆਉਂਦੇ ਜਿਹੜੇ ਮਹੀਨੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜੇ ਉਹ ਨੰਬਰ ਜਿਹੜੇ ਉਹ ਆਉਣਗੇ ਜਿਨ੍ਹਾਂ ਦੇ ਨਾਲ ਤੁਸੀਂ ਉਸ ਨੂੰ ਵਰਤ ਕੇ ਜਿਹੜੇ ਔਨਲਾਈਨ ਭਰਨਾ ਆ। ਇਸ ਦੇ ਉੱਤੇ ਇੱਕ ਵੈਸੇ ਕਈ ਜਿਹੜੇ ਮਾਹਰ ਉਹਨਾਂ ਨੇ ਹੁਣ ਖਦਸ਼ਾ ਪ੍ਰਗਟ ਕੀਤਾ ਵੀ ਜਿਸ ਤਰੀਕੇ ਦੇ ਨਾਲ ਆਇਓਵਾ ਦੀ ਕੌਕਸ ਦੇ ਵਿੱਚ ਡੈਮੋਕ੍ਰੇਟਾਂ ਨੇ ਨਵੀਂ ਤਕਨੀਕ ਦਾ ਸਹਾਰਾ ਜਿਹੜਾ ਲੈਂਦੇ ਹੋਏ ਕਾਊਂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਉਹ ਇੱਕ ਹਿਸਾਬ ਦੇ ਨਾਲ ਮੂੰਹ ਦੇ ਮੂੰਹ ਜਿਹੜੀ ਉਹ ਡਿੱਗੀ ਸੀਗੀ। ਸੋ ਕਹਿੰਦੇ ਵੀ ਇਹ ਵੀ ਹੁਣ ਜਿਹੜਾ ਇਸ ਟਾਈਮ ਟੈਨਸ਼ਨ ਜਿਹੜੀ ਇਹ ਬਣੀ ਪਈ ਆ ਵੀ ਇਹ ਵੀ ਜਿਹੜੀ ਨਵੀਂ ਟੈਕਨੋਲੋਜੀ ਦੇ ਸਹਾਰੇ ਜਿਹੜਾ ਸੈਂਸਸ ਆ ਜਿਹੜੀ ਜਨਗਣਨਾ ਹੋ ਰਹੀ ਆ, ਮਰਦਮਸ਼ੁਮਾਰੀ ਜਿਹੜੀ ਹੋ ਰਹੀ ਆ, ਵੀ ਇਹਦੇ ਲਈ ਵੀ ਜਿਹੜੀਆਂ ਇਹਨਾਂ ਦੀਆਂ ਜਿਹੜੀਆਂ ਐਪਸ ਜਾਂ ਜਿਹੜੀਆਂ ਔਨਲਾਈਨ ਸਹੂਲਤ ਰੱਖੀ ਗਈ ਆ ਵੀ ਇਸ ਨੂੰ ਚੰਗੀ ਤਰ੍ਹਾਂ ਪ੍ਰਾਈਮ ਟਾਈਮ ਦੇ ਵਿੱਚ ਇੱਕ ਹਿਸਾਬ ਨਾਲ ਟੈਸਟ ਨਹੀਂ ਕੀਤਾ ਗਿਆ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਜਿਹੜਾ ਉਹ ਬਣ ਸਕਦਾ ਆ। ਪਰ ਇਹ ਆ ਵੀ ਚਲੋ ਆਪਾਂ ਤੁਸੀਂ ਆਪਣੇ ਵੱਲੋਂ ਜਿਹੜਾ ਆ ਉਹ ਲੋਕਾਂ ਨੇ ਆਪਣੀ ਔਨਲਾਈਨ ਇਨਫੋਰਮੇਸ਼ਨ ਜਿਹੜੀ ਉਹ ਭਰਨੀ ਹੀ ਤੁਹਾਨੂੰ ਚਾਹੀਦੀ ਆ, ਭਰਾਂਗੇ ਤਾਂ ਹੀ ਜਿਹੜੇ ਆਪਣੇ ਨੰਬਰਸ ਆ ਉਹ ਕਾਊਂਟ ਹੋਣਗੇ। ਸੋ ਇਹ ਬਹੁਤ ਜਿਹੜਾ ਇੱਕ ਜ਼ਰੂਰੀ ਕੰਮ ਹੈਗਾ ਆ। ਬਿਲਕੁਲ। ਸੋ US ਸੈਂਸਸ ਵਾਲੇ ਇਹ ਕਹਿੰਦੇ ਆ ਵੀ ਜਿਹੜੀ US ਦੀ ਪਾਪੂਲੇਸ਼ਨ ਆ ਉਹ 323 ਮਿਲੀਅਨ ਜਿਹੜੀ 2016 ਸੀ, ਇਹ ਤੋਂ ਵੱਧ ਕੇ 447 ਮਿਲੀਅਨ ਹੋ ਸਕਦੀ ਆ 2060 ਸਾਲ ਤੱਕ, ਅਤੇ ਇਹ ਘਟ ਵੀ ਸਕਦੀ ਆ 320 ਮਿਲੀਅਨ ਤੱਕ। ਇਹ ਸਾਰਾ ਕੁਛ ਡਿਪੈਂਡ ਕਰੇਗਾ ਕਿਸ ਤਰ੍ਹਾਂ ਜਿਹੜੇ ਇਮੀਗ੍ਰੈਂਟਸ ਆ ਆਉਣ ਵਾਲੇ 4 ਦਹਾਕਿਆਂ ਦੇ ਵਿੱਚ USA ਦੇ ਵਿੱਚ ਐਂਟਰ ਹੋਣਗੇ। ਸੋ ਜੇ ਬਹੁਤ ਜ਼ਿਆਦਾ ਸਟ੍ਰਿਕਟਨੈਸ ਹੋ ਜਾਂਦੀ ਹੈ ਇਮੀਗ੍ਰੈਂਟ ਦੇ ਉੱਤੇ ਅਤੇ ਇਹ ਪਾਪੂਲੇਸ਼ਨ ਜਿਹੜੀ ਕਹਿੰਦੇ ਘਟ ਵੀ ਸਕਦੀ ਹੈਗੀ ਆ। ਤੁਸੀਂ ਦੱਸਿਆ ਹੀ ਆ ਵੀ US ਦੀ ਜਿਹੜੀ ਪਾਪੂਲੇਸ਼ਨ ਆ ਆਲਰੇਡੀ ਬਹੁਤ ਡਿਕਲਾਈਨ ਦੇ ਵਿੱਚ ਆ। ਲੋਕਾਂ ਦੇ ਬੱਚੇ ਜਿਹੜੇ ਆ ਉਹ ਘੱਟ ਹੁੰਦੇ ਹੈਗੇ ਆ, ਘੱਟ ਬੱਚੇ ਆ, ਇਸ ਕਰਕੇ ਪਾਪੂਲੇਸ਼ਨ ਵੱਧ ਨਹੀਂ ਰਹੀ ਹੈਗੀ। ਅਤੇ ਓਨਲੀ ਜਿਹੜਾ ਰੀਜ਼ਨ ਆ ਪਾਪੂਲੇਸ਼ਨ ਵਧਾਉਣ ਦਾ ਉਹ ਇਮੀਗ੍ਰੈਂਟਸ ਨੂੰ ਲੈ ਕੇ ਆਉਣ ਦਾ ਹੈਗਾ ਆ। ਸੋ ਆਉਣ ਵਾਲੇ 4 ਦਹਾਕੇ ਜਿਹੜੇ ਆ ਉਹਦੇ ਉੱਤੇ ਇਹ ਡਿਪੈਂਡ ਕਰੂਗਾ, US ਸੈਂਸਸ ਬਿਊਰੋ ਨੇ ਕਿਹਾ ਹੈਗਾ। ਇਹ ਨਹੀਂ ਆਪਾਂ ਹਰਜੋਤ ਸਿੰਘ ਜੀ ਕਹਿ ਸਕਦੇ ਵੀ ਬੱਚੇ ਨਹੀਂ ਹੋ ਰਹੇ, ਲੋਕੀ ਕਰਨਾ ਨਹੀਂ ਚਾਹੁੰਦੇ। ਕਾਰਨ ਇਹ ਆ ਵੀ ਐਕਸਪੈਂਸਿਵ ਬਹੁਤ ਆ, ਮਹਿੰਗਾ ਜਿਹੜਾ ਕੰਮ ਬਹੁਤ ਜ਼ਿਆਦਾ ਜਿਹੜਾ ਉਹ ਹੁੰਦਾ ਜਾ ਰਿਹਾ ਹਰ ਥਾਂ ਦੇ ਉੱਤੇ ਹੀ ਦੁਨੀਆ ਭਰ ਦੇ ਵਿੱਚ ਇਸ ਟਾਈਮ ਜਿਹੜਾ ਉਹ ਰੌਲਾ ਰੱਪਾ ਆ। ਲੋਕ ਪੁਰਾਣੇ ਸਮਿਆਂ ਨੂੰ ਤਾਂ ਹੀ ਜਿਹੜਾ ਉਹ ਯਾਦ ਕਰਦੇ ਨੇ, ਉਦੋਂ ਸਾਰਾ ਕੁਛ ਠੀਕ ਸੀਗਾ, ਅਫੋਰਡੇਬਲ ਸੀਗਾ। ਮਿਨੀਮਮ ਵੇਜ ਦੇ ਉੱਤੇ ਕੰਮ ਕਰਨ ਵਾਲਾ ਬੰਦਾ ਗੱਡੀ ਵੀ ਲਈ ਫਿਰਦਾ ਸੀਗਾ, ਘਰ ਵੀ ਜਿਹੜਾ ਬਾਏ ਕਰਦਾ ਸਕਦਾ ਸੀਗਾ। ਹੁਣ ਤਾਂ ਇੱਥੇ ਰੈਂਟ ਨਹੀਂ ਲੋਕਾਂ ਦਾ ਜਿਹੜਾ ਉਹ ਜੁੜ ਰਿਹਾ। ਸੋ ਜਿਹੜੇ 20 ਸਾਲ ਪੁਰਾਣੀਆਂ ਗੱਲਾਂ ਕਰਦੇ ਨੇ, ਮਿਨੀਮਮ ਵੇਜ ਫੈਡਰਲ $7.25 ਜਿਹੜੀ ਉਦੋਂ ਸੀ, ਅੱਜ ਵੀ ਜਿਹੜੀ ਉਹ ਉਨੀ ਆ। ਬਾਕੀਆਂ ਚੀਜ਼ਾਂ ਦੇ ਜਿਹੜੇ ਕਿੰਨੇ ਐਕਸਪੈਂਸਿਵ ਜਿਹੜੇ ਹੋ ਚੁੱਕੇ ਆ। ਬਹੁਤ ਸਾਰੇ ਜਿਹੜੇ ਅਧਖੜ ਉਮਰ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਵਾਨੀ ਦੇ ਵਿੱਚ ਵਾਧੂ ਕੰਮ ਜਿਹੜਾ ਇੱਥੇ ਚਲੋ ਕੀਤਾ ਆ, ਚੰਗੀ ਗੱਲ ਆ, ਸਾਰੇ ਹੀ ਕਰਨਾ ਚਾਹੁੰਦੇ ਨੇ, ਉਹ ਉਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਗੁਜ਼ਾਰਾ ਕਰ ਸਕਦੇ ਸੀਗੇ ਅਤੇ ਹੁਣ ਉਹੀ ਕੰਮ ਕਰਕੇ ਇੱਥੇ ਗੁਜ਼ਾਰਾ ਜਿਹੜਾ ਆ ਅਮਰੀਕਾ ਦੇ ਕਿਸੇ ਵੀ ਸ਼ਹਿਰਾਂ ਦੇ ਵਿੱਚ, ਚਾਹੇ ਜਿੱਥੇ ਘੱਟ ਇਨਫਲੇਸ਼ਨ ਵੀ ਹੈਗੀ ਆ, ਉੱਥੇ ਵੀ ਉਹਨਾਂ ਚੀਜ਼ਾਂ ਦੇ ਨਾਲ ਜਿਹੜਾ ਗੁਜ਼ਾਰਾ ਕਰਨਾ ਆ ਉਹ ਔਖਾ ਹੋਇਆ ਪਿਆ ਆ। ਮਸਾਂ ਹੀ ਗੁਜ਼ਰ ਬਸਰ ਜਿਹੜਾ ਹੋ ਰਿਹਾ ਆ। ਸੋ ਇੱਕ ਵੱਡਾ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਦੇ ਲਈ ਵੀ ਉਸਨੇ ਕਿਸ ਤਰੀਕੇ ਦੇ ਨਾਲ ਅੱਗੇ ਨੂੰ ਵਧਣਾ ਆ। ਇਹ ਆਪਾਂ ਵੀਜ਼ਾ ਬੁਲੇਟਿਨ ਦੇ ਉੱਤੇ ਜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ, ਫਰਵਰੀ 2020 ਦੇ ਵੀਜ਼ਾ ਬੁਲੇਟਿਨ ਦੇ ਵਿੱਚ ਜਿਨ੍ਹਾਂ ਡੇਟਸ ਵਾਲਿਆਂ ਦੀਆਂ ਜਿਹੜੀਆਂ ਇੰਟਰਵਿਊਜ਼ ਆ ਰਹੀਆਂ ਨੇ ਉਹਨਾਂ ਦੇ ਵੱਖ-ਵੱਖ ਕੈਟੇਗਰੀਜ਼ ਦੇ ਇਸ ਪ੍ਰਕਾਰ ਹਨ। F1 ਕੈਟੇਗਰੀ US ਸਿਟੀਜ਼ਨ ਦੇ ਜਿਹੜੇ ਕੁਆਰੇ ਮੁੰਡੇ ਕੁੜੀਆਂ ਅਤੇ ਨਾਲ ਹੀ ਇਸ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਸ, ਚਿਲਡਰਨ, ਅਨਮੈਰਿਡ ਸਨਸ, ਡਾਟਰਸ ਜਿਹੜੇ ਆ ਉਹ ਆਉਂਦੇ ਨੇ। 22 ਅਗਸਤ 2013 ਜਿਹੜੀ ਤਰੀਕ ਆ ਉਹ ਜਿਹੜੀ ਉਹ ਚੱਲ ਰਹੀ ਹੈਗੀ ਆ। ਅਤੇ F2A ਜਿਹੜੀ ਕੈਟੇਗਰੀ ਆ ਉਸ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਆ ਗ੍ਰੀਨ ਕਾਰਡ ਵਾਲਿਆਂ ਦੇ ਘਰ ਵਾਲਾ ਘਰ ਵਾਲੀ ਆ, ਉਹਨਾਂ ਦੇ ਜਿਹੜੇ ਉਹ ਬੱਚੇ ਆ, ਉਹਨਾਂ ਦਾ ਕਰੰਟ ਇਸ ਟਾਈਮ ਚੱਲ ਰਹੀ ਆ
F2B ਜਿਹੜੀ ਕੈਟਾਗਰੀ ਆ ਪਰਮਾਨੈਂਟ ਰੈਜ਼ੀਡੈਂਟਸ ਦੇ ਅਨਮੈਰਿਡ ਸਨਸ ਐਂਡ ਡਾਟਰ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਹੈਗੀ ਆ, ਉਹਨਾਂ ਦੇ ਲਈ 22 ਅਗਸਤ ਤੇ 2014 ਜਿਹੜੀ ਤਰੀਕ ਚੱਲ ਰਹੀ ਆ। F3 ਕੈਟਾਗਰੀ US ਸਿਟੀਜ਼ਨ ਦੇ ਵਿਆਹੇ ਜਿਹੜੇ ਮੁੰਡੇ ਕੁੜੀਆਂ, ਉਹਨਾਂ ਦੇ ਲਈ ਜਿਹੜੀ ਇਸ ਟਾਈਮ ਤਰੀਕ 22 ਨਵੰਬਰ 2007 ਉਹ ਚੱਲ ਰਹੀ ਆ। F4 ਕੈਟਾਗਰੀ US ਸਿਟੀਜ਼ਨ ਦੇ ਭੈਣ ਭਰਾ, ਉਹਨਾਂ ਦੇ ਲਈ 22 ਨਵੰਬਰ 2004 ਤਰੀਕ ਚੱਲ ਰਹੀ ਆ, ਜਿਨ੍ਹਾਂ ਨੂੰ ਕਾਗਜ਼ ਪੱਤਰ ਜਮ੍ਹਾਂ ਕਰਾਉਣ ਦੇ ਲਈ ਆਖਿਆ ਗਿਆ ਆ। F1 ਕੈਟਾਗਰੀ ਦੇ ਤਹਿਤ 22 ਮਾਰਚ 2014 ਉਹਨਾਂ ਦੇ ਲਈ ਤਰੀਕ ਚੱਲ ਰਹੀ ਆ। F2A ਕੈਟਾਗਰੀ 'ਚ 1 ਦਸੰਬਰ 2019 ਤਰੀਕ ਚੱਲ ਰਹੀ ਹੈ। F2B ਜਿਹੜੀ ਕੈਟਾਗਰੀ ਉਹਨਾਂ ਵਿੱਚ 22 ਅਪ੍ਰੈਲ 2015 ਚੱਲ ਰਹੀ ਹੈ। F3 ਕੈਟਾਗਰੀ ਦੇ ਵਿੱਚ 22 ਜੁਲਾਈ 2008 ਤੇ F4 ਕੈਟਾਗਰੀ ਦੇ ਵਿੱਚ 22 ਜੁਲਾਈ 2005 ਤਰੀਕ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਅਤੇ ਪ੍ਰੋਸੈਸਿੰਗ ਟਾਈਮਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਵੀ ਕਿਹੜੀ ਕੈਟਾਗਰੀ ਵਾਲਿਆਂ ਨੂੰ ਕਿੰਨਾ ਇੰਤਜ਼ਾਰ ਕਰਨਾ ਪੈ ਸਕਦਾ ਆ। ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਵਾਲੇ ਜਿਨ੍ਹਾਂ ਨੇ ਆਪਣੇ ਘਰ ਵਾਲੀ ਨੂੰ ਜਿਹੜਾ ਅਪਲਾਈ ਕੀਤਾ ਆ ਅਤੇ ਜਾਂ ਬੱਚੇ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਸੀ, ਉਹਨਾਂ ਨੂੰ 12 ਤੋਂ 16 ਮਹੀਨੇ ਦਾ ਵੇਟ ਪੀਰੀਅਡ ਹੈਗਾ ਆ। US ਸਿਟੀਜ਼ਨ ਜਿਨ੍ਹਾਂ ਨੇ ਜਿਹੜੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਹੈ, ਉਮਰ 21 ਸਾਲ ਤੋਂ ਵਧੇਰੇ ਆ, ਉਹਨਾਂ ਨੂੰ 53 ਤੋਂ 70 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵਧੇਰੇ ਆ, ਉਹਨਾਂ ਨੂੰ 53 ਤੋਂ 70 ਮਹੀਨੇ ਦਾ ਉਹਨਾਂ ਦੇ ਲਈ ਵੀ ਜਿਹੜਾ ਉਹ ਵੇਟ ਪੀਰੀਅਡ ਹੈਗਾ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਹੈ, ਉਮਰ ਜਿਨ੍ਹਾਂ ਦੀ 21 ਸਾਲ ਤੋਂ ਉੱਤੇ ਆ, ਉਹਨਾਂ ਨੂੰ 90 ਤੋਂ 117 ਮਹੀਨੇ ਤੱਕ ਦਾ ਜਿਹੜਾ ਉਹ ਵੇਟ ਪੀਰੀਅਡ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਭੈਣ ਭਰਾ ਦੇ ਲਈ ਅਪਲਾਈ ਕੀਤਾ ਹੈ, ਉਹਨਾਂ ਦੇ ਲਈ 101 ਤੋਂ 132 ਮਹੀਨੇ ਦਾ ਜਿਹੜਾ ਉਹ ਵੇਟ ਪੀਰੀਅਡ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ। ਬਾਕੀ ਜਿਹੜੇ ਯੂ ਵੀਜ਼ੇ ਵਾਲੇ ਆ, ਉਹਨਾਂ ਦੇ ਲਈ ਵੀ ਜਿਹੜੇ ਤੁਹਾਨੂੰ ਮੈਂ ਤਰੀਕਾਂ ਜੇ ਦੱਸਦੇ ਜਾਈਏ, 53 ਤੋਂ 54 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਆ ਉਹ ਇਸ ਟਾਈਮ ਚੱਲ ਰਿਹਾ ਆ। ਅਤੇ ਕੇਸ ਦੀ ਇਨਕੁਆਇਰੀ ਦੀ ਰਿਸਿਪਟ ਡੇਟ 21 ਅਗਸਤ 2015 ਜਿਹੜੀ ਆ ਉਸ 'ਤੇ ਚੱਲ ਰਹੀ ਆ। ਬਾਕੀ ਸਿਟੀਜ਼ਨਸ਼ਿਪ ਦੇ ਲਈ ਵੀ ਜਿਹੜਾ ਘੱਟੋ ਘੱਟ 6 ਮਹੀਨੇ ਦਾ ਸਮਾਂ ਜਿਹੜਾ ਹਰ ਥਾਂ ਦੇ ਉੱਤੇ ਜਿਹੜਾ ਉਹ ਲੱਗ ਰਿਹਾ ਹੈਗਾ ਆ। 6 ਮਹੀਨੇ ਤੋਂ ਕਈ ਥਾਵਾਂ ਦੇ ਉੱਤੇ ਸਾਲ ਤੋਂ ਲੈ ਕੇ 1.5 ਸਾਲ 2 ਸਾਲ ਤੱਕ ਦਾ ਵੀ ਜਿਹੜਾ ਆ ਉਹ ਇੰਤਜ਼ਾਰ ਲੋਕਾਂ ਨੂੰ ਕਰਨਾ ਪੈ ਰਿਹਾ ਆ। ਸੋ ਜਿਹੜੇ ਐਲੀਜੀਬਲ ਹੈਗੇ ਨੇ, ਆਪਾਂ ਆਪਣੇ ਸਰੋਤਿਆਂ ਨੂੰ ਫੇਰ ਆਖਦੇ ਹਾਂ, ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਿਆ ਨੂੰ ਸਪਾਊਸ ਦੇ ਜ਼ਰੀਏ ਜਿਨ੍ਹਾਂ ਨੂੰ ਗ੍ਰੀਨ ਕਾਰਡ ਮਿਲਿਆ ਉਹਨਾਂ ਨੂੰ 3 ਸਾਲ, ਅਤੇ ਜਿਹੜੇ ਲਗਾਤਾਰ ਗ੍ਰੀਨ ਕਾਰਡ ਜਿਨ੍ਹਾਂ ਨੂੰ ਮਿਲਿਆ ਨੂੰ ਹੋਰ ਕਿਸੇ ਵੀ ਕੈਟਾਗਰੀ ਦੇ ਵਿੱਚ 5 ਸਾਲ ਜਾਂ ਉਸ ਤੋਂ ਵੱਧ ਦਾ ਸਮਾਂ ਹੋ ਚੁੱਕਾ ਆ, ਉਹ ਜਿਹੜੇ ਆਪਣੇ ਸਿਟੀਜ਼ਨਸ਼ਿਪ ਦੇ ਲਈ ਐਲੀਜੀਬਲ ਹੈਗੇ ਨੇ। ਸਿਟੀਜ਼ਨਸ਼ਿਪ ਦੇ ਲਈ ਜਦੋਂ ਤੁਸੀਂ ਅਪਲਾਈ ਕਰਨਾ ਆ ਔਨਲਾਈਨ, ਇੱਕ ਤਾਂ ਤੁਸੀਂ ਈਜ਼ੀਲੀ ਅਪਲਾਈ ਜਿਹੜਾ ਉਹ ਕਰ ਸਕਦੇ ਆ, ਅਤੇ ਮੇਕ ਸ਼ੋਰ ਕਰਿਓ ਵੀ ਜਿਹੜੇ ਤੁਹਾਡਾ ਜਿਹੜਾ ਇੰਡੀਆ ਵਾਲਾ ਪਾਸਪੋਰਟ ਆ ਉਹ ਤੁਹਾਨੂੰ ਤਰੀਕਾਂ ਯਾਦ ਹੋਣ, ਤੁਹਾਨੂੰ ਪਤਾ ਹੋ ਵੀ ਤੁਸੀਂ ਕਿਹੜੇ ਟਾਈਮ ਦੇ ਉੱਤੇ ਕੰਟਰੀ ਆਊਟ ਜਿਹੜੀ ਉਹ ਕੀਤੀ ਸੀ, ਵੱਧ ਕੀਤਾ ਸੀ ਸਮਾਂ, ਘੱਟ ਕੀਤਾ ਸੀ ਸਮਾਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਤੁਸੀਂ ਮੇਕ ਸ਼ੋਰ ਜਿਹੜਾ ਉਹ ਕਰਿਓ। ਇੱਕ ਹੋਰ ਚੀਜ਼ ਆਪਾਂ ਜਿਹੜੀ ਹਰਜੋਤ ਸਿੰਘ ਜੀ ਦੱਸਦੇ ਜਾਈਏ, ਸਿਲੈਕਟਿਵ ਸਰਵਿਸ ਵਾਲੀ ਜਿਹੜੀ ਆ ਉਹਦੇ ਕਰਕੇ ਵੀ ਆਪਾਂ ਲਾਸਟ ਟਾਈਮ ਵੀ ਦੱਸਿਆ ਸੀ, ਆਪਾਂ ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਹਾਂ। ਜਦੋਂ ਤੁਸੀਂ ਇਮੀਗਰੈਂਟ ਹੋਏ ਸੀ ਇੱਥੇ ਅਮਰੀਕਾ ਦੇ ਵਿੱਚ ਜਦੋਂ ਆਏ ਸੀ, ਜੇ ਤੁਹਾਡੀ ਉਦੋਂ ਉਮਰ 18 ਤੋਂ ਲੈ ਕੇ 26 ਸਾਲ ਦੇ ਦਰਮਿਆਨ ਸੀ, ਅਤੇ ਜੇ ਤੁਸੀਂ SSC ਦੇ ਵਿੱਚ ਆਪਣੇ ਆਪ ਨੂੰ ਰਜਿਸਟਰ ਨਹੀਂ ਸੀ ਕੀਤਾ, ਤਾਂ ਫਿਰ ਤੁਹਾਡੇ ਲਈ ਜਿਹੜੀ ਇਹ ਚਿੰਤਾ ਦਾ ਵਿਸ਼ਾ ਜਿਹੜਾ ਉਹ ਹੋ ਸਕਦਾ ਆ। ਉਸ 'ਤੇ ਜਿਹੜੀ ਆ ਉਹ ਤੁਹਾਨੂੰ ਜਾਣਕਾਰੀ ਜਿਹੜੀ ਉਹ ਉਸ ਦੇ ਬਾਰੇ ਉਹ ਪੁੱਛਣਗੇ ਵੀ ਜੇ ਤੁਸੀਂ 18 ਤੋਂ 26 ਸਾਲ ਦੇ ਦਰਮਿਆਨ ਸੀਗੇ ਜਦੋਂ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਜਿਹੜੇ ਹੋ ਕੇ ਆਏ ਸੀ, ਜਾਂ ਉਸ ਦੇ ਦਰਮਿਆਨ ਜਿਹੜੇ ਤੁਸੀਂ ਸੀਗੇ, ਤਾਂ ਤੁਸੀਂ SSC ਦੇ ਲਈ ਰਜਿਸਟਰ ਕਿਉਂ ਨਹੀਂ ਕੀਤਾ। ਨਾ ਰਜਿਸਟਰ ਕੀਤੇ ਜਾਣ ਦੇ ਉੱਤੇ ਵੀ ਕਈਆਂ ਦੇ ਕੇਸਾਂ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਆ ਉਹ ਆ ਰਹੀਆਂ ਨੇ। ਸੋ ਜਿਨ੍ਹਾਂ ਦੇ ਬੱਚੇ ਆਲਰੇਡੀ ਹੁਣ ਇੱਥੇ ਹੈਗੇ ਨੇ, ਉਹ ਗ੍ਰੀਨ ਕਾਰਡ ਹੋਲਡਰ ਨੇ, ਅਤੇ ਉਹਨਾਂ ਦੀ ਉਮਰ 18 ਤੋਂ ਲੈ ਕੇ ਅਤੇ 26 ਸਾਲ ਦੇ ਵਿਚਕਾਰ ਜਿਹੜੀ ਉਹ ਹੈਗੀ ਆ, ਇਹਦਾ ਮਤਲਬ ਉਹਨਾਂ ਨੂੰ SSC ਦੇ ਲਈ ਰਜਿਸਟਰ ਜਿਹੜਾ ਉਹ ਕਰਨਾ ਪਵੇਗਾ। ਸੋ ਮੇਕ ਸ਼ੋਰ ਕਰੋ ਵੀ ਉਹ ਚੀਜ਼ ਜਿਹੜੀ ਆ ਉਹ ਤੁਹਾਡੇ ਕੋਲ ਹੋਵੇ। ਅਤੇ ਜੇ ਤੁਸੀਂ ਇਸ ਉਮਰ ਤੋਂ ਬਾਅਦ ਦੇ ਵਿੱਚ 26 ਸਾਲ ਦੀ ਉਮਰ ਤੋਂ ਬਾਅਦ ਦੇ ਵਿੱਚ ਇੱਥੇ ਇਮੀਗਰੈਂਟ ਜਿਹੜੇ ਹੋਏ ਸੀ, ਪਰਮਾਨੈਂਟ ਇਮੀਗਰੈਂਟ ਜਿਹੜੇ ਉਹ ਤੁਸੀਂ ਹੋਏ ਸੀਗੇ, ਤਾਂ ਉਹਨਾਂ ਦੇ ਲਈ ਜਿਹੜੀ ਉਹ ਜ਼ਰੂਰਤ ਨਹੀਂ ਆ। ਪਰ ਫਿਰ ਵੀ ਇੱਕ ਆਈ ਥਿੰਕ SSC ਦਾ ਜਿਹੜਾ ਇੱਕ ਵੇਵਰ ਫਾਰਮ ਆ ਉਹ ਵੀ ਜਿਹੜਾ ਉਹ ਮਿਲਦਾ ਹੈ। ਕਈ ਜੌਬਸ ਲੈਣ ਦੇ ਲਈ ਵੀ ਉਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ
ਪੁੱਛੀ ਜਾਂਦੀ ਹੈਗੀ ਆ। ਸੋ ਬਿਲਕੁਲ ਕੁਝ ਕੁ ਪੁਆਇੰਟ ਜਿਨ੍ਹਾਂ ਕਰਕੇ ਤੁਹਾਡੀ ਹੁਣ ਉਹ US ਸਿਟੀਜ਼ਨਸ਼ਿਪ ਡਿਨਾਈ ਕਰ ਰਹੇ ਹੈਗੇ ਆ। ਤੁਸੀਂ ਪਹਿਲਾਂ ਤਾਂ ਦੱਸ ਹੀ ਦਿੱਤਾ ਵੀ ਸਿਲੈਕਟਿਵ ਸਰਵਿਸ ਰਜਿਸਟਰ ਨਾ ਹੋਏ ਹੋ, ਅਤੇ ਦੂਜਾ ਜੇ ਤੁਸੀਂ ਕਿਸੇ ਤਰੀਕੇ ਨਾਲ ਆਪਣਾ ਗ੍ਰੀਨ ਕਾਰਡ ਗਲਤੀ ਨਾਲ ਲਿਆ, ਫਰੋਜੂਲੈਂਟਲੀ ਲਿਆ, ਚਾਹੇ ਕਹਿੰਦੇ ਵੀ ਇਨੋਸੈਂਟ ਮਿਸਟੇਕ ਰਾਹੀਂ ਲਿਆ, ਚਾਹੇ ਜਾਣਬੁੱਝ ਕੇ ਲਿਆ, ਤਾਂ ਵੀ ਡਿਨਾਈ ਹੋ ਸਕਦਾ। ਕਿਸੇ ਤਰ੍ਹਾਂ ਦਾ ਤੁਹਾਡਾ ਜਿਹੜਾ ਕ੍ਰਿਮੀਨਲ ਰੈਕਡ ਆ, ਸਿਟੀਜ਼ਨਸ਼ਿਪ ਡਿਨਾਈ ਹੋਊਗੀ। ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਦੇ ਉੱਤੇ ਜੇ ਤੁਸੀਂ ਝੂਠ ਬੋਲਦੇ ਆ, ਕਈ ਕੁਐਸਚਨ ਹੁੰਦੇ ਹੈਗੇ ਵੀ ਤੁਹਾਨੂੰ ਕਦੇ ਕੋਈ ਕਿੱਦਾਂ ਦੀ ਟਿਕਟ ਮਿਲੀ ਆ, ਅਤੇ ਉਹ ਉੱਦਾਂ ਦਾ ਤੁਸੀਂ ਕੋਈ ਝੂਠ ਬੋਲ ਗਏ, ਅਤੇ ਫੇਲਰ ਟੂ ਪੇ ਟੈਕਸਸ, ਅਗਰ ਟੈਕਸ ਨਹੀਂ IRS ਦੇ ਪੇ ਕੀਤੇ ਤਾਂ ਵੀ ਤੁਹਾਨੂੰ ਡਿਨਾਈ ਹੋਊਗੀ। ਫੇਲਰ ਟੂ ਪੇ ਚਾਈਲਡ ਸਪੋਰਟ, ਇੰਗਲਿਸ਼ ਤੁਹਾਨੂੰ ਸਹੀ ਤਰੀਕੇ ਦੇ ਨਾਲ ਨਹੀਂ ਆਉਂਦੀ ਹੈਗੀ ਤਾਂ ਵੀ ਉਹ ਡਿਨਾਈ ਕਰ ਸਕਦੇ ਹੈਗੇ ਆ। US ਸਿਟੀਜ਼ਨਸ਼ਿਪ ਦੀ ਜਿਹੜੀ ਇੰਟਰਵਿਊ ਆ ਉਹ ਤੁਹਾਡੀ ਵਧੀਆ ਨਹੀਂ ਹੋਈ ਤਾਂ ਡਿਨਾਈ ਕਰ ਸਕਦੇ ਆ। ਗ੍ਰੀਨ ਕਾਰਡ ਰਿਨਿਊਅਲ ਫੇਲਰ, ਕਈ ਵਾਰੀ ਕੀ ਹੁੰਦਾ ਤੁਸੀਂ ਗ੍ਰੀਨ ਕਾਰਡ ਰਿਨਿਊ ਨਹੀਂ ਕਰਦੇ ਵੀ ਚਲੋ ਮੇਰੀ ਤਾਂ ਸਿਟੀਜ਼ਨਸ਼ਿਪ ਲਈ ਮੈਂ ਅਪਲਾਈ ਕਰ ਦਿੰਦੇ, ਉਹਦੇ ਕਰਕੇ ਵੀ ਉਹ ਕਹਿੰਦੇ ਅਸੀਂ ਡਿਨਾਈ ਕਰ ਸਕਦੇ ਹੈਗੇ ਆ। ਅਤੇ ਫੇਲਿੰਗ ਦਾ ਸਿਵਿਕ ਟੈਸਟ, 100 ਦੇ ਕਰੀਬ ਜਿਹੜੇ ਕੁਐਸਚਨ ਹੁੰਦੇ ਆ, ਜੇ ਉਹਦੇ ਵਿੱਚੋਂ ਤੁਸੀਂ ਫੇਲ ਹੋ ਜਾਂਦੇ ਆ, 6 ਕੁਐਸਚਨ ਜਿਹੜੇ ਤੁਹਾਡੇ ਨਹੀਂ ਤੁਸੀਂ ਲੈਂਦੇ ਹੈਗੇ, ਤਾਂ ਵੀ ਤੁਹਾਨੂੰ ਜਿਹੜੀ ਅਮਰੀਕਨ ਸਿਟੀਜ਼ਨਸ਼ਿਪ ਆ ਉਹ ਡਿਨਾਈ ਕਰ ਸਕਦੇ ਆ। ਜੀ ਸੋ ਜ਼ਰੂਰ ਆਪਣਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਪਲੀਜ਼ ਅਪ ਟੂ ਡੇਟ ਰੱਖੋ। ਬਾਕੀ ਜਿਹੜੇ ਐਲੀਜੀਬਲ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ, ਉਹ ਤੁਸੀਂ ਇਸ ਚੀਜ਼ ਦੇ ਲਈ ਜਿਹੜਾ ਆ ਉਹ ਭਰੋ, ਆਪਣੇ ਫਾਰਮ ਭਰੋ, ਅਤੇ ਇੱਥੋਂ ਦੇ ਜਿਹੜੇ ਉਹ ਨਾਗਰਿਕ ਬਣੋ। ਆ ਰਹੀਆਂ ਇਲੈਕਸ਼ਨਸ ਦੇ ਵਿੱਚ ਜਿਹੜੇ ਨਵੇਂ ਬਣੇ ਨਾਗਰਿਕ ਆ ਉਹ ਆਪਣੀ ਵੋਟ ਨੂੰ ਰਜਿਸਟਰ ਕਰੋ, ਅਤੇ ਇਹਨਾਂ ਇਲੈਕਸ਼ਨਸ ਦੇ ਵਿੱਚ ਜ਼ਰੂਰ ਜਿਹੜਾ ਉਹ ਤੁਸੀਂ ਹਿੱਸਾ ਵੀ ਲਓ, ਅਤੇ ਸੈਂਸਸ ਨੂੰ ਵੀ ਜਿਹੜਾ ਆਪਾਂ ਇਸ ਸਾਲ ਦੇ ਵਿੱਚ ਭੁੱਲਣਾ ਨਹੀਂ ਹੈਗਾ। ਸੋ ਬੜੇ ਜ਼ਰੂਰੀ ਕੰਮ ਇਸ ਸਾਲ ਦੇ ਵਿੱਚ ਹੈਗੇ ਨੇ। ਸੋ ਸਾਰੇ ਜਿਹੜੇ ਆਪਾਂ ਸਮੇਂ ਸਿਰ ਜਿਹੜੇ ਉਹ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਸਾਰਿਆਂ ਨੇ ਕਰਨੀਆਂ ਆ। ਅਤੇ ਆਪਾਂ ਇੱਥੇ ਜਿਹੜਾ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮੇਰੇ ਰਾਜਕਨਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470